ਕਈ ਸਵਾਲ ਚੁੱਕ ਦਿੱਤੇ ਨੇ ਹੁਣ ਬਲਜਿੰਦਰ ਸਿੰਘ ਜਿੰਦੂ ਹੋਰਾਂ ਦੇ। ਕਿਸੇ ਵੇਲੇ ਤੁਸੀਂ ਉਹਨਾਂ ਦੇ ਨਾਲ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਮੋਦੀਖਾਨਾ ਖੋਲ੍ਹਿਆ। ਇੱਥੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ, ਜਦੋਂ ਜਾਗੋ ਉਦੋਂ ਹੀ ਸਵੇਰਾ। ਕੀ ਬਲਜਿੰਦਰ ਸਿੰਘ ਜਿੰਦੂ ਹੋਰਾਂ ਨੂੰ ਤੁਸੀਂ ਅੱਗੇ ਕੀਤਾ? ਤੁਹਾਡੇ ਹੈੱਡ ਸੀਗੇ, ਮੁਖੀ ਸੀਗੇ, ਕੀ ਸੀਗੇ? ਦੇਖੋ, ਜਦੋਂ ਗੁਰੂ ਨਾਨਕ ਦੀ ਫੁਲਵਾੜੀ ਦੀ ਗੱਲ ਆਉਂਦੀ ਹੈ ਨਾ, ਉੱਥੇ ਨਾ ਤਾਂ ਕੋਈ ਹੈੱਡ ਹੁੰਦਾ, ਨਾ ਕੋਈ ਜੂਨੀਅਰ ਹੁੰਦਾ, ਨਾ ਕੋਈ ਸੀਨੀਅਰ ਹੁੰਦਾ। ਉਸ ਬੰਦੇ ਦੀ ਤਾਨਾਸ਼ਾਹੀ, ਉਸ ਬੰਦੇ ਦੀ ਬਾਬਰਸ਼ਾਹੀ ਤੋਂ ਅਸੀਂ ਇੰਨਾ ਅੱਕ ਗਏ ਸੀ, ਸਾਨੂੰ ਇਹ ਸੰਸਥਾ ਤੋਂ ਸਟੈਪ ਬੈਕ ਕਰਨਾ ਪਿਆ ਵੀਰ। ਫਿਰ ਹੌਲੀ ਹੌਲੀ ਕਹਿਣਾ ਸ਼ੁਰੂ ਕਰਤਾ ਕਿ ਮੈਨੇਜਮੈਂਟ ਦੇ ਵਿੱਚ ਬਹੁਤ ਕਮੀ ਆ ਰਹੀ ਹੈ। ਫਾਰਮਾਸਿਸਟ 5 ਲੱਖ ਰੁਪਇਆ ਖਾ ਗਿਆ, ਫਾਰਮਾਸਿਸਟ ਨੂੰ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢਦੀਆਂ। ਪਰ 4.5 ਮਿੰਟ ਬਿਨਾਂ ਗੈਪ ਲਿੱਤੇ ਇੰਨੀਆਂ ਵਾਹੀਆਤ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਗਈਆਂ ਨੇ ਫਾਰਮਾਸਿਸਟ ਨੂੰ। ਕਿਹਨੇ ਕੱਢੀ? ਬਲਜਿੰਦਰ ਸਿੰਘ ਜਿੰਦੂ ਜੀ। ਰਿਕਾਰਡਿੰਗ ਹੈ ਫੋਨ? ਸਾਡੇ ਕੋਲ ਰਿਕਾਰਡਿੰਗ ਬਿਲਕੁਲ ਹੈ। ਤੁਸੀਂ ਇਹ ਦੱਸੋ ਕਿ ਜਿਹੜੀ ਇਹ ਸਿੱਖ ਵੈਲਫੇਅਰ ਕੌਂਸਲ ਹੈ, ਇਹਦੇ ਤੁਸੀਂ ਮੈਂਬਰ ਹੋ, ਇਹ ਕੋਈ ਰਜਿਸਟਰਡ ਹੈ, ਕੀ ਹੈਗਾ, ਕਿਵੇਂ ਦੀ ਬੋਡੀ ਹੈ? ਜਿਹੜੀ ਸਿੱਖ ਵੈਲਫੇਅਰ ਕੌਂਸਲ ਹੈ, ਰਜਿਸਟਰਡ NGO ਨਹੀਂ। ਇਹਦੇ ਬਾਰੇ ਵੀ ਬਲਜਿੰਦਰ ਸਿੰਘ ਜਿੰਦੂ ਨੂੰ ਹਮੇਸ਼ਾ ਕਿਹਾ ਜਾਂਦਾ ਸੀ, ਭਾਈ ਸਾਹਿਬ ਆਪਾਂ ਇਸ NGO ਨੂੰ ਰਜਿਸਟਰਡ ਕਰਾਈਏ, ਕਿਉਂਕਿ ਆਪਾਂ ਲੋਕਾਂ ਦਾ ਡੋਨੇਸ਼ਨ ਲੈ ਕੇ ਇਸ ਪ੍ਰੋਜੈਕਟ ਨੂੰ ਚਲਾ ਰਹੇ ਹਾਂ। ਤੁਹਾਨੂੰ ਲੋਕਾਂ ਨੇ ਆਪਣੇ ਤੇ ਸਵਾਲ ਕਰਨੇ ਆ। ਜਿਹੜਾ 5 ਲੱਖ ਦੀ ਗੱਲ ਹੋ ਰਹੀ ਆ, ਉਹ ਕੀ ਆ? ਕੀ ਘਾਟਾ ਪੈ ਗਿਆ? ਨਹੀਂ ਲੱਗਦਾ ਇਹਦੇ 'ਚ ਕੋਈ ਘਾਟਾ ਵਾ। ਇਹ ਤਾਂ ਇੱਕ ਸਿਰਫ ਸੋਸ਼ਲ ਹਾਈਪ ਲੈਣ ਲਈ, ਮੀਡੀਆ ਦੇ ਹਾਈਪ ਲੈਣ ਲਈ, ਹਰੇਕ ਚੀਜ਼ ਦੇ ਵਿੱਚ ਬਵਾਲ ਕਰਨ ਲਈ ਇਹ ਮੁੱਦਾ ਚੱਕਿਆ ਗਿਆ। ਨਹੀਂ, ਤੁਸੀਂ ਉੱਥੇ ਫਾਰਮਾਸਿਸਟ ਰੱਖੇ ਹੋਏ ਸੀਗੇ, ਉਹਦੀ ਤਨਖਾਹ ਸੀਗੀ, ਬਿਜਲੀ ਦਾ ਬਿੱਲ ਹੈ, ਕੋਈ ਹੋਰ ਖਰਚੇ ਵੀ ਹੋਣਗੇ ਜੇ ਰੈਂਟ ਤੇ ਹੈਗੇ। ਉਹਨਾਂ ਖਰਚਿਆਂ ਲਈ 125 ਮੈਂਬਰਾਂ ਦਾ ਗਰੁੱਪ ਭਾਈ ਸਾਹਿਬ ਬਣਿਆ ਹੋਇਆ। ਪਰ ਮੈਂਬਰ 1000 ਰੁਪਇਆ ਪਰ ਮਹੀਨਾ ਉਹ ਐਕਸਪੈਂਸ ਕੱਢਿਆ ਜਾਂਦਾ ਸੀ ਸੰਗਤ ਤੋਂ ਡੋਨੇਸ਼ਨ ਲੈ ਕੇ। ਕਦੇ ਘਾਟਾ ਉਹ ਕਹਿੰਦੇ ਆ 5 ਲੱਖ ਦਾ ਪੈ ਗਿਆ, ਕਦੇ 10 ਲੱਖ ਦਾ ਪੈ ਗਿਆ। ਉਹਨਾਂ ਦਾ ਇੱਕ ਸਾਥੀ ਆ, ਉਹ ਅੱਜ ਵੀ ਮੇਰੇ ਕੋਲ ਉਹ ਵੀ ਰਿਕਾਰਡਿੰਗ ਮੌਜੂਦ ਆ, ਉਹ ਕਹਿ ਰਿਹਾ ਵੀ 2 ਲੱਖ ਦਾ ਵੀ ਘਾਟਾ ਹੋਇਆ ਤਾਂ ਮੇਰੀਆਂ ਦੀਆਂ ਲੱਤਾਂ ਤੇ ਥੱਲੇ ਦੇ। ਜੀ ਰੌਲਾ ਕਾਹਦਾ ਹੈ? ਪੈਸਿਆਂ ਦਾ ਹੈ, ਕਿਸ ਚੀਜ਼ ਦਾ ਇਹ ਰੌਲਾ? ਤਾਂ ਬਲਜਿੰਦਰ ਸਿੰਘ ਜਿੰਦੂ ਜੀ ਦੱਸ ਸਕਦੇ ਆ। ਸਿੱਖ ਵੈਲਫੇਅਰ ਕੌਂਸਲ ਦੇ ਕੈਸ਼ੀਅਰ ਬਲਜਿੰਦਰ ਸਿੰਘ ਜਿੰਦੂ, ਸਿੱਖ ਵੈਲਫੇਅਰ ਕੌਂਸਲ ਦੇ ਪ੍ਰਧਾਨ ਬਲਜਿੰਦਰ ਸਿੰਘ ਜਿੰਦੂ, ਸਿੱਖ ਵੈਲਫੇਅਰ ਕੌਂਸਲ ਦੇ ਸਕੱਤਰ ਬਲਜਿੰਦਰ ਸਿੰਘ ਜਿੰਦੂ। ਪੈਸਿਆਂ ਦਾ ਰੌਲਾ ਵਾ ਜਾਂ ਜੋ ਰੌਲਾ ਤਾਂ ਬਲਜਿੰਦਰ ਸਿੰਘ ਜਿੰਦੂ। ਜਦੋਂ ਮੈਂ ਅੰਦਰ ਗਿਆ, ਮੈਨੂੰ ਅੰਦਰ ਜਾਂਦਿਆਂ ਨੂੰ ਕਹਿਤਾ ਪਾਣੀ ਪੀ, ਚਾਹ ਪੀ ਤੇ ਨਿਕਲ ਇੱਥੋਂ। ਮੈਂ ਕਿਸੇ ਦੀ ਗੱਲ ਨਹੀਂ ਸੁਣਨੀ। ਪਰ ਜਨਤਾ ਕਿਵੇਂ ਮੰਨੇ ਕਿ ਗਾਲਾਂ ਕੱਢੀਆਂ? ਕਿਉਂਕਿ ਦੇਖੋ ਜੀ, ਉਹ ਜਿਹੜੀ ਗਾਲਾਂ ਵਾਲੀ ਰਿਕਾਰਡਿੰਗ ਹੈ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਬਹੁਤ ਜਲਦ ਸੰਗਤ ਦੇ ਚਰਨਾਂ ਦੇ ਵਿੱਚ ਰੱਖ ਦਿਆਂਗੇ ਵੀ ਆਹ ਗਾਲਾਂ ਕੱਢੀਆਂ। ਹਾਂ, ਉਹ ਕਹਿੰਦੇ ਮੈਂ ਚਲਾਉਂਗਾ ਤਾਂ ਮੇਰੇ ਥੜੇ ਨਾ ਚੜਿਓ ਗੁਰੂ ਨਾਨਕ ਮੋਦੀਖਾਨੇ ਦੇ। ਜੇ ਤੁਸੀਂ ਚਲਾਉਣਾ, ਮੈਂ ਕੱਲ ਸਵੇਰ ਖੋਲਦਿਆਂ ਨੂੰ ਆਪਣਾ ਅੱਡ ਖੋਲ ਲੈਣਾ, ਤੁਸੀਂ ਚਲਾਓ। ਤੁਹਾਡੇ ਮਨ ਦੇ ਵਿੱਚ ਕੋਈ ਵਹਿਮ ਆ ਨਾ ਵੀ ਤੁਹਾਨੂੰ ਅੱਜ ਹਾਈਪ ਮਿਲ ਗਈ ਆ, ਤੁਸੀਂ ਜਿਹਨੂੰ ਮਰਜ਼ੀ ਦਾਬੇ ਮਾਰ ਲਓਗੇ, ਤੁਸੀਂ ਜਿਹਨੂੰ ਮਰਜ਼ੀ ਆਪਣੀ ਲੱਤ ਦੇ ਥੱਲੋਂ ਦੀ ਕੱਢ ਲਓਗੇ। ਇਹ ਤੁਹਾਡਾ ਵਹਿਮ ਆ, ਇਹ ਬੜੀ ਜਲਦੀ ਸੰਗਤ ਨੇ ਕੱਢ ਦੇਣਾ ਹੈ। ਬਲਜਿੰਦਰ ਸਿੰਘ ਜਿੰਦੂ ਜੀ ਮਿੰਨਤਾਂ ਕਰਦੇ ਸੀ ਕਿ ਕਾਸ਼ ਇੱਥੇ ਵੀਰ ਸਿੰਘ ਆ ਜਾਵੇ ਤੇ ਉਹ 13 ਵਾਲਾ ਜਿਹੜਾ ਗਾਣਾ, ਉਹਦਾ ਸ਼ਬਦ ਧਾਰਮਿਕ ਜਿਹਨੂੰ ਕਹਿ ਦਿੰਦੇ ਆਪਾਂ, ਉਹ ਇੱਥੇ ਬੋਲ ਕੇ ਜਾਵੇ। ਤੇ ਵੀਰ ਸਿੰਘ ਸਿੰਗਰ ਨਹੀਂ। ਅੱਛਾ, ਅੱਜ ਕੜੱਤਣ ਕਿਉਂ ਆ ਜਿੰਦੂ ਦੇ ਬਾਰੇ? ਕਦੇ ਤੁਸੀਂ ਉਹਨੂੰ ਵੱਡਾ ਭਰਾ ਕਹਿੰਦੇ ਸੀਗੇ, ਕਦੇ ਉਹਦੇ ਨਾਲ ਘੁੰਮਦੇ ਸੀਗੇ ਗੱਡੀਆਂ ਦੇ ਵਿੱਚ, ਉਹਦੇ ਨਾਲ ਹਰ ਟਾਈਮ ਤੁਸੀਂ ਰਹਿੰਦੇ ਸੀਗੇ। ਅੱਜ ਤੁਸੀਂ ਇੰਨਾ ਵਿਰੁੱਧ ਬੋਲ। ਸਾਡੀ ਕੜੱਤਣ ਹਿਟਲਰ ਸ਼ਾਹੀ ਨਾਲ, ਸਾਡੀ ਕੜੱਤਣ ਆ ਜਿਹੜੀ ਉਹ ਬਾਬਰ ਸ਼ਾਹੀ ਨਾਲ ਆ। ਸਾਨੂੰ ਕਿਹਾ ਗਿਆ ਪਾਊਡਰ ਵਿਕਦਾ, ਵੇਚੋ। ਤੇਲ ਵਿਕ ਰਿਹਾ, ਵੇਚੋ। ਮੇਰੇ ਤੋਂ ਜਿੰਨੀ ਸੇਵਾ ਹੁੰਦੀ ਮੈਂ ਉਨੀ ਕਰਨੀ ਹੈ। ਮੇਰੇ ਨਾਲ ਬਹਿਸ ਕਰਨ ਦੀ ਲੋੜ ਨਹੀਂ। ਅੱਜ ਬੰਦ ਹੁੰਦਾ, ਅੱਧ ਹੋ ਜਾਵੇ, ਬੰਦ ਕਰ ਦਿਓ। 5 ਲੱਖ ਘਟ ਗਿਆ, ਮੈਂ ਉਹਨੂੰ ਭਜਾ ਦੇਣਾ। 5 ਲੱਖ ਘਟ ਗਿਆ, 10 ਲੱਖ ਘਟ ਗਿਆ, ਮੈਂ ਉਹਨੂੰ ਭਜਾ ਦੇਣਾ। ਉਦੋਂ ਅਸੀਂ ਕਿਹਾ ਭਜਾਣਾ ਕੋਈ ਹੱਲ ਨਹੀਂ, ਉਹਨੂੰ ਬੱਚੇ ਨੂੰ ਬਿਠਾਓ। ਕੋਈ ਦਵਾਈਆਂ ਇੱਧਰ ਉੱਧਰ ਹੁੰਦੀਆਂ ਸੀਗੀਆਂ। ਦੇਖੋ ਜੀ, ਦਵਾਈਆਂ ਇੱਧਰ ਉੱਧਰ ਕਿਵੇਂ ਹੋ ਸਕਦੀਆਂ ਨੇ? 24 ਘੰਟੇ ਤੋਂ ਉੱਥੇ ਰਿਕਾਰਡਿੰਗ ਚੱਲਦੀ ਹੈ। ਕੋਈ ਕਿਸੇ ਹੱਥ 'ਚ ਤਾਂ ਨਹੀਂ ਖੇਡ ਰਹੇ, ਕਿਸੇ ਦੇ ਵਿਰੋਧੀਆਂ ਦੇ ਹੱਥ 'ਚ ਤਾਂ ਨਹੀਂ ਚਲੇ ਗਏ ਤੁਸੀਂ? ਦੇਖੋ, ਜੇ ਅਸੀਂ ਵਿਰੋਧੀਆਂ ਦੇ ਹੱਥ ਵਿੱਚ ਹੁੰਦੇ ਤਾਂ ਅਸੀਂ ਉਸੇ ਦਿਨ ਨਾ ਮੈਡੀਕਲ ਐਸੋਸੀਏਸ਼ਨ ਦੇ ਹੱਕ 'ਚ ਖੜ ਜਾਂਦੇ, ਉਸੇ ਦਿਨ ਨਾ ਸਰਕਾਰਾਂ ਦੇ ਹੱਕ 'ਚ ਖੜ ਜਾਂਦੇ। ਜਿਸ ਦਿਨ ਇਹਨਾਂ ਨੇ ਕਿਹਾ ਵੀ ਸਰਕਾਰਾਂ ਬੰਦ ਕਰਾਉਣੀਆਂ ਚਾਹੁੰਦੀਆਂ ਨੇ, ਕੋਈ ਆ ਲੀਡਰ ਬੰਦ ਕਰਾਉਣਾ ਚਾਹੁੰਦਾ। ਬਲਜਿੰਦਰ ਸਿੰਘ ਜਿੰਦੂ ਜੀ ਨੇ ਪਹਿਲਾਂ ਵੀ ਕਿਸੇ ਦੇ ਗੋਲੀ ਮਾਰੀ ਹੋਈ ਆ, ਉਹਨੂੰ ਤੇ ਇਹਨਾਂ ਜਿਹੜਾ ਉਹ ਚੀਜ਼ ਦਾ ਪਤਾ ਸੀਗਾ। ਉਹ ਬੱਚਾ ਡਰਦਾ ਵੀ ਮੇਰੇ ਤਾਂ ਗੋਲੀ ਮਾਰ ਦੇਣਗੇ, ਮੈਂ ਕਿਵੇਂ ਸਾਹਮਣੇ ਆ ਜਾਵਾਂ। 25 ਤੋਂ 30 ਜਣਿਆਂ ਨੇ ਸੇਵਾ ਸ਼ੁਰੂ ਕੀਤੀ ਸੀ ਤੇ ਅੱਜ ਇਕੱਲੇ ਕਹਿ ਰਹੇ ਜਾਂ ਇੱਕ ਅੱਧਾ ਮੈਂਬਰ ਨਵਾਂ ਕੋਈ ਜੁੜਿਆ ਬਲਜਿੰਦਰ ਸਿੰਘ ਜਿੰਦੂ ਨੇ। ਬਾਕੀ ਸਾਰੀ ਦੀ ਸਾਰੀ ਸਿੱਖ ਵੈਲਫੇਅਰ ਕੌਂਸਲ ਦੀ ਟੀਮ ਆ, ਉਹ ਇੱਕ ਪਾਸੇ ਖੜੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਣਬੀਰ ਸਿੰਘ ਰਾਣਾ। ਪਿਛਲੇ ਦਿਨੀ ਤੁਸੀਂ ਦੇਖਿਆ ਕਿ ਲੁਧਿਆਣਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਮੋਦੀਖਾਨਾ ਖੁੱਲਿਆ। ਬਲਜਿੰਦਰ ਸਿੰਘ ਜਿੰਦੂ ਅੱਗੇ ਆਏ, ਸਿੱਖ ਵੈਲਫੇਅਰ ਕੌਂਸਲ ਦੇ ਮੈਂਬਰਾਂ ਦਾ ਸਾਥ ਲੈ ਕੇ ਉਹਨਾਂ ਦੇ ਪ੍ਰਬੰਧ ਹੇਠ ਇਹ ਮੋਦੀਖਾਨਾ ਖੋਲ੍ਹਿਆ ਗਿਆ। ਪਰ ਪਿਛਲੇ ਦਿਨ ਤੋਂ ਕੁਝ ਵੀਡੀਓਜ਼ ਵਾਇਰਲ ਹੋਈਆਂ, ਸਾਹਮਣੇ ਆਏ ਕੁਝ ਨੌਜਵਾਨ ਅਤੇ ਉਹਨਾਂ ਨੇ ਬਲਜਿੰਦਰ ਸਿੰਘ ਜਿੰਦੂ ਤੇ ਹੀ ਸਵਾਲ ਖੜੇ ਕਰ ਦਿੱਤੇ। ਹੁਣ ਜਿਹੜੀ ਟੀਮ ਹੈ ਬਲਜਿੰਦਰ ਸਿੰਘ ਜਿੰਦੂ ਅਤੇ ਉਹਨਾਂ ਦੇ ਸਾਥੀ ਨੇ, ਉਹ ਆਪਸ ਦੇ ਵਿੱਚ ਦੋ ਫਾੜ ਹੋ ਗਏ ਨੇ ਕਿ ਆਖਿਰ ਕਿਉਂ ਹੋਇਆ ਅਜਿਹਾ
ਕੀ ਕੁਝ ਅਜਿਹਾ ਹੋ ਗਿਆ ਕਿ ਇਹ ਨੌਬਤ ਆ ਗਈ? ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਗੁਰਿੰਦਰ ਪ੍ਰਿੰਸ ਮੌਜੂਦ ਨੇ ਤੇ ਦੀਪਜੋਤ ਮੌਜੂਦ ਨੇ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਆ, ਤੁਸੀਂ ਆਪਣੇ ਪਲੇਟਫਾਰਮ ਤੇ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਵੀਰ ਜੀ। ਪ੍ਰਿੰਸ, ਵੀਡੀਓ ਸਭ ਨੇ ਦੇਖ ਲਈ ਸੋਸ਼ਲ ਮੀਡੀਆ ਤੇ ਉੱਤੇ ਕਿ ਤੁਸੀਂ ਸਵਾਲ ਚੁੱਕ ਦਿੱਤੇ ਨੇ ਹੁਣ ਬਲਜਿੰਦਰ ਸਿੰਘ ਜਿੰਦੂ ਹੋਰਾਂ ਤੇ। ਕਿਸੇ ਵੇਲੇ ਤੁਸੀਂ ਉਹਨਾਂ ਦੇ ਨਾਲ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਮੋਦੀਖਾਨਾ ਖੋਲ੍ਹਿਆ, ਦੁਨੀਆ ਭਰ ਦੇ ਵਿੱਚੋਂ ਲੋਕਾਂ ਨੇ ਸਪੋਰਟ ਕੀਤੀ ਤੇ ਲੋਕਾਂ ਨੇ ਹੋਰ ਬਹੁਤ ਸਾਰੇ ਥਾਵਾਂ ਤੇ ਇਸ ਤਰ੍ਹਾਂ ਦੀਆਂ ਕਰਿਆਨੇ ਦੀਆਂ, ਖੇਤੀ ਦੀਆਂ ਲੈਬਸ ਉਹ ਵੀ ਖੋਲੀਆਂ, ਪਰ ਹੁਣ ਅਜਿਹਾ ਕਿਉਂਕਿ ਤੁਸੀਂ ਪਿੱਛੇ ਹਟ ਗਏ, ਕੀ ਕਾਰਨ ਹੈ? ਦੇਖੋ, ਇੱਥੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ, ਜਦੋਂ ਜਾਗੋ ਉਦੋਂ ਹੀ ਸਵੇਰਾ। ਪਹਿਲੇ ਦਿਨ ਤੋਂ ਹੀ ਕਰੋਨਾ ਵਾਇਰਸ ਕਰਕੇ ਅਸੀਂ ਵੱਖ-ਵੱਖ ਸੇਵਾਵਾਂ ਵਿੱਚ ਸਿੱਖ ਵੈਲਫੇਅਰ ਕੌਂਸਲ ਦੇ ਬੈਨਰ ਹੇਠ ਲੱਗੇ ਹੋਏ ਸੀ। ਜਿਵੇਂ ਦੀ ਸਾਨੂੰ ਡਿਮਾਂਡ ਆਈ, ਜਿਵੇਂ ਦੀ ਸਾਨੂੰ ਲੱਗਿਆ ਵੀ ਇਦਾਂ ਦੀ ਸੇਵਾ ਦੀ ਲੋੜ ਆ, ਉਵੇਂ ਅਸੀਂ ਲੋਕਾਂ ਨੂੰ ਸਰਵ ਕੀਤਾ, ਚਾਹੇ ਉਹ ਰਾਸ਼ਨ ਦੀ ਸੇਵਾ ਹੋਵੇ, ਚਾਹੇ ਉਹ ਲੰਗਰ ਦੀ ਸੇਵਾ ਹੋਵੇ, ਚਾਹੇ ਉਹ ਬਲੱਡ ਡੋਨੇਸ਼ਨ ਕੈਂਪ ਦੀ ਸੇਵਾ ਹੋਵੇ। ਫਿਰ ਸਾਡੇ ਮਨ ਦੇ ਵਿੱਚ ਵੀਰਾਂ ਦੇ ਸਾਰਿਆਂ ਦੇ ਬੈਠਿਆਂ ਤੇ ਇੱਕ ਫੁਰਨਾ ਆਇਆ, ਕਿਉਂ ਨਾ ਆਪਾਂ ਆਪਣਾ ਇਤਿਹਾਸ ਫਰੋਲ ਕੇ ਇੱਕ ਇਦਾਂ ਦਾ ਕਨਸੈਪਟ ਆਪਣੀ ਕੌਮ ਦੇ ਅੱਗੇ, ਆਪਣੀ ਕਮਿਊਨਿਟੀ ਦੇ ਅੱਗੇ, ਆਪਣੇ ਦੇਸ਼ ਦੇ ਅੱਗੇ ਲੈ ਕੇ ਆਈਏ ਜਿਨ੍ਹਾਂ ਸਾਰਿਆਂ ਦਾ ਭਲਾ ਹੋ ਸਕੇ। ਫਿਰ ਸਾਡੇ ਮਨ ਵਿੱਚ ਆਇਆ ਗੁਰੂ ਨਾਨਕ ਮੋਦੀਖਾਨਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਸੀ ਤੇ 13 ਦਾ ਕਨਸੈਪਟ ਕੀਤਾ ਸੀ, ਉਵੇਂ ਹੀ ਅਸੀਂ ਉਸੇ ਤਰਜੀਹ ਤੇ ਗੁਰੂ ਨਾਨਕ ਮੋਦੀਖਾਨਾ ਖੋਲ੍ਹਿਆ ਜੀ। ਅੱਛਾ, ਇਹ ਦੱਸੋ ਕਿ ਕੀ ਬਲਜਿੰਦਰ ਸਿੰਘ ਜਿੰਦੂ ਹੋਰਾਂ ਨੂੰ ਤੁਸੀਂ ਅੱਗੇ ਕੀਤਾ, ਤੁਹਾਡੇ ਹੈੱਡ ਸੀਗੇ, ਮੁਖੀ ਸੀਗੇ, ਕੀ ਸੀਗੇ? ਦੇਖੋ, ਜਦੋਂ ਗੁਰੂ ਨਾਨਕ ਦੀ ਫੁਲਵਾੜੀ ਦੀ ਗੱਲ ਆਉਂਦੀ ਹੈ ਨਾ, ਉੱਥੇ ਨਾ ਤਾਂ ਕੋਈ ਹੈੱਡ ਹੁੰਦਾ, ਨਾ ਕੋਈ ਜੂਨੀਅਰ ਹੁੰਦਾ, ਨਾ ਕੋਈ ਸੀਨੀਅਰ ਹੁੰਦਾ। ਪਰ ਅੱਗੇ ਫੇਸ ਤਾਂ ਕੀਤਾ ਨਾ ਤੁਸੀਂ ਉਹਨਾਂ ਹਾਂ, ਬਿਲਕੁਲ ਕੀਤਾ। ਸਾਨੂੰ ਸੀਗਾ ਵੀ ਸਾਡਾ ਗੁਰਸਿੱਖ ਭਰਾ ਵਾ, ਗੁਰਸਿੱਖ ਚਿਹਰਾ ਵਾ, ਤਾਂ ਹੀ ਅਸੀਂ ਉਹਨਾਂ ਨੂੰ ਅੱਗੇ ਕੀਤਾ ਸੀ। ਉਹਨਾਂ ਦੀ ਰਹਿਨੁਮਾਈ ਦੇ ਹੇਠ, ਉਹਨਾਂ ਦੀ ਲੀਡ ਦੇ ਹੇਠ ਇਹ ਪ੍ਰੋਜੈਕਟ ਜ਼ਰੂਰ ਸ਼ੁਰੂ ਕੀਤਾ ਸੀ, ਕਿਉਂਕਿ ਉਹ ਇੱਕ ਸਿੱਖ ਚਿਹਰਾ ਸੀ, ਇੱਕ ਗੁਰਬਾਣੀ ਦਾ ਧਾਰਨੀ ਚਿਹਰਾ ਸਾਨੂੰ ਲੱਗਿਆ ਸੀ। ਪਰ ਜੋ ਪਰਦੇ ਦੇ ਪਿੱਛੇ ਸੱਚਾਈ ਸੀ, ਸਾਨੂੰ ਨਹੀਂ ਪਤਾ ਸੀ ਵੀ ਇਹ ਸੱਚਾਈ ਇਸ ਬੰਦੇ ਦੀ ਪਰਦੇ ਦੇ ਪਿੱਛੇ ਆ। ਅੱਜ ਕੀ ਹੋ ਗਿਆ ਫਿਰ? ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਜਦੋਂ ਜਾਗੋ ਉਦੋਂ ਹੀ ਸਵੇਰਾ। ਉਸ ਬੰਦੇ ਦੀ ਡਿਕਟੇਟਰਸ਼ਿਪ, ਉਸ ਬੰਦੇ ਦੀ ਤਾਨਾਸ਼ਾਹੀ, ਉਸ ਬੰਦੇ ਦੀ ਬਾਬਰਸ਼ਾਹੀ ਤੋਂ ਅਸੀਂ ਇੰਨਾ ਅੱਕ ਗਏ ਸੀ, ਸਾਨੂੰ ਇਹ ਸੰਸਥਾ ਤੋਂ ਸਟੈਪ ਬੈਕ ਕਰਨਾ ਪਿਆ ਵੀਰ ਅੱਜ। ਅੱਛਾ, ਜਿਹੜੀ ਥੋੜਾ ਪਿੱਛੇ ਤੇ ਚੱਲਦੇ ਆ, ਅੱਜ ਤੁਸੀਂ ਪਿੱਛੇ ਹਟ ਗਏ, ਪਹਿਲੀ ਮੀਟਿੰਗ ਕਦੋਂ ਹੋਈ, ਕੌਣ ਸੀਗਾ ਉਹਦੇ ਵਿੱਚ? ਤਕਰੀਬਨ ਅੱਜ ਤੋਂ 2-3 ਮਹੀਨੇ ਪਹਿਲਾਂ ਦੀ, 2.5-3 ਮਹੀਨੇ ਪਹਿਲਾਂ ਦੀ ਵਾਕਿਆ ਵਾ। ਲੰਗਰ ਦੀ ਸੇਵਾ ਤੋਂ ਬਾਅਦ ਤੁਸੀਂ ਦੇਖਿਆ ਹੋਣਾ, ਪਿੱਛੇ ਸਾਡਾ ਵੀਡੀਓ ਬਹੁਤ ਵਾਇਰਲ ਹੋਇਆ ਸੀ ਵੀ ਲੰਗਰ ਨਹੀਂ ਲਾਉਣਾ ਚਾਹੀਦਾ ਜਾਂ ਫਿਰ ਲੰਗਰ ਦੀ ਦੁਰਵਰਤੋਂ ਹੋ ਰਹੀ ਆ। ਅਸੀਂ ਉਹ ਵੀਡੀਓ 'ਚ ਸਾਰਿਆਂ ਨੂੰ ਸੰਦੇਸ਼ ਦਿੱਤਾ ਵੀ ਆਪਣੇ ਡੋਨੇਸ਼ਨ ਦੀ, ਆਪਣੇ ਦਾਨ ਦੀ ਦਿਸ਼ਾ ਨੂੰ ਬਦਲੋ। ਉਹਨੂੰ ਲੈ ਕੇ ਫਿਰ ਅਸੀਂ ਇਹ 2-2.5 ਮਹੀਨੇ ਪਹਿਲਾਂ ਇਹ ਕਨਸੈਪਟ ਮਨ ਦੇ ਵਿੱਚ, ਵਿਚਾਰ ਦੇ ਵਿੱਚ ਲਿਆਂਦਾ ਸੀ ਤੇ ਉਸ ਤੋਂ ਬਾਅਦ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਇਹਨੂੰ ਇੰਪਲੀਮੈਂਟ ਕੀਤਾ। ਕਿੰਨੇ ਬੰਦੇ ਸੀਗੇ ਉਸ ਸ਼ੁਰੂਆਤ ਦੇ ਵਿੱਚ? ਤਕਰੀਬਨ 25 ਤੋਂ 30 ਬੰਦਿਆਂ ਦੀ ਟੀਮ ਸੀ ਜਦੋਂ ਗੁਰੂ ਨਾਨਕ ਮੋਦੀਖਾਨਾ ਕਨਸੈਪਟ ਲੋਕਾਂ ਦੇ ਅੱਗੇ ਲਿਆਂਦਾ ਗਿਆ ਤੇ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਜੀ। ਠੀਕ ਹੈ, ਜਦੋਂ ਸ਼ੁਰੂ ਹੋ ਗਿਆ ਤੁਸੀਂ ਫਿਰ ਉੱਥੇ ਖੁਦ ਸੇਵਾ ਕਰਦੇ ਰਹੇ, ਕਿੰਨੀ ਦੇਰ ਤੁਸੀਂ ਉੱਥੇ ਜਾਂਦੇ ਰਹੇ, ਕਿੰਨਾ ਟਾਈਮ ਦਿੰਦੇ ਰਹੇ ਉੱਥੇ ਤੁਸੀਂ ਤੇ ਹੋਰ ਲੋਕ? ਇੱਕ ਤਾਂ ਲੋਕਡਾਊਨ ਦਾ ਪੀਰੀਅਡ ਸੀ ਜੀ, ਜਿਵੇਂ ਦੀਆਂ ਸੇਵਾਵਾਂ ਦੀ ਲੋੜ ਸੀ ਗੁਰੂ ਨਾਨਕ ਮੋਦੀਖਾਨੇ ਨੂੰ ਲੈ ਕੇ, ਚਾਹੇ ਉੱਥੇ ਦਰਬਾਨ ਦੀ ਸੇਵਾ ਦੀ ਲੋੜ ਹੋਵੇ, ਚਾਹੇ ਉੱਥੇ ਸਾਫ਼ ਸਫਾਈ ਦੀ ਸੇਵਾ ਦੀ ਲੋੜ ਹੋਵੇ, ਚਾਹੇ ਮੈਡੀਸਨ ਦੇ ਉੱਤੇ ਰੇਟ ਦੀ ਲੋੜ ਹੋਵੇ, ਰੇਟ ਲਾਉਣ ਦੀ ਲੋੜ ਹੋਵੇ, ਜਿੱਦਾਂ ਦੀ ਸੇਵਾ ਦੀ ਲੋੜ ਸੀ ਉਦਾਂ ਦੀ ਸੇਵਾ ਅਸੀਂ ਗੁਰੂ ਨਾਨਕ ਮੋਦੀਖਾਨੇ ਕੀਤੀ ਆ। ਕਿੰਨੇ ਘੰਟੇ ਸੇਵਾ ਕਰਦੇ ਸੀ? ਇਹਦੇ ਕੋਈ ਵਿਚਾਰ ਨਹੀਂ ਸੀ। 8 ਘੰਟੇ ਤੋਂ ਲੈ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ, ਇਨਫੈਕਟ 12-1 ਵਜੇ ਤੱਕ ਵੀ ਅਸੀਂ ਉੱਥੇ ਟਾਈਮ ਦਿੱਤਾ ਜੀ। ਅੱਛਾ, ਤੁਸੀਂ ਇਹ ਦੱਸੋ ਕਿ ਜਿਹੜੀ ਇਹ ਸਿੱਖ ਵੈਲਫੇਅਰ ਕੌਂਸਲ ਹੈ, ਇਹਦੇ ਤੁਸੀਂ ਮੈਂਬਰ ਹੋ, ਇਹ ਕੋਈ ਰਜਿਸਟਰਡ ਹੈ, ਕੀ ਹੈਗਾ, ਕਿਵੇਂ ਦੀ ਬੋਡੀ ਹੈ? ਨਹੀਂ, ਇਹ ਪਹਿਲੇ ਦਿਨ ਤੋਂ ਹੀ ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਸਿੱਖ ਵੈਲਫੇਅਰ ਕੌਂਸਲ ਹੈ, ਰਜਿਸਟਰਡ ਐਨਜੀਓ ਨਹੀਂ। ਇਹਦੇ ਬਾਰੇ ਵੀ ਬਲਜਿੰਦਰ ਸਿੰਘ ਜਿੰਦੂ ਨੂੰ ਹਮੇਸ਼ਾ ਕਿਹਾ ਜਾਂਦਾ ਸੀ, ਭਾਈ ਸਾਹਿਬ ਆਪਾਂ ਇਸ ਐਨਜੀਓ ਨੂੰ ਰਜਿਸਟਰਡ ਕਰਾਈਏ ਤਾਂ ਕਿ ਜਿਹੜਾ ਆਪਣਾ ਸਾਰਾ ਕੰਮ ਆ ਸਿਸਟਮ ਦੇ ਤਹਿਤ, ਇੱਕ ਮੈਨੇਜਮੈਂਟ ਦੇ ਤਹਿਤ ਹੋਵੇ, ਕਿਉਂਕਿ ਆਪਾਂ ਲੋਕਾਂ ਦਾ ਡੋਨੇਸ਼ਨ ਲੈ ਕੇ ਇਸ ਪ੍ਰੋਜੈਕਟ ਨੂੰ ਚਲਾ ਰਹੇ ਹਾਂ। ਕੱਲ੍ਹ ਨੂੰ ਲੋਕਾਂ ਨੇ ਆਪਣੇ ਤੇ ਸਵਾਲ ਕਰਨੇ ਆ, ਆਪਾਂ 8 ਮੈਂਬਰੀ ਕਮੇਟੀ ਬਣਾਈਏ, ਜਿਹੜਾ ਵੀ ਫੈਸਲਾ ਲੈਣਾ ਆਪਾਂ 8 ਮੈਂਬਰੀ ਕਮੇਟੀ ਲਵੇ ਤਾਂ ਕਿ ਇੱਕ ਪਾਰਦਰਸ਼ੀ ਸਿਸਟਮ ਰਵੇ ਲੋਕਾਂ ਦੇ ਵਿੱਚ। ਜਿਹੜਾ ਆਪਾਂ ਨੂੰ ਡੋਨੇਸ਼ਨ ਆ ਰਿਹਾ ਵਾ, ਕਿੱਦਾਂ ਆਪਾਂ ਇੱਕ ਕੰਮ ਕਰ ਰਹੇ ਹਾਂ। ਤੇ ਪਹਿਲੇ ਦਿਨ ਤੋਂ ਕਿਹਾ ਵੀ ਇਹੀ ਗਿਆ ਸੀ, ਹਰੇਕ ਮਹੀਨੇ ਅਸੀਂ ਬਣਾਈ ਨਹੀਂ, ਤੁਸੀਂ ਰਜਿਸਟਰਡ ਨਹੀਂ ਕਰਾਈ ਸੋਸਾਇਟੀ? ਸਾਡੀਆਂ ਗੱਲਾਂ ਨੂੰ ਅਣਗਹਿਲਿਆ ਕੀਤਾ ਗਿਆ, ਇਗਨੋਰ ਕੀਤਾ ਗਿਆ। ਉੱਥੇ ਬਹੁਤ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਨ੍ਹਾਂ ਨੂੰ ਕਿਹਾ ਗਿਆ ਵੀ ਮੈਨੂੰ ਕਿਸੇ ਕਮੇਟੀ ਦੀ ਲੋੜ ਨਹੀਂ, ਜੋ ਡਿਸੀਜਨ ਮੈਂ ਲੈ ਲਿਆ ਉਹ ਸੁਪਰੀਮ ਆ ਤੇ ਉਹ ਪ੍ਰਾਈਮ ਆ, ਮੈਂ ਆਪਣੀਆਂ ਗੱਲਾਂ ਤੇ ਬਚੇਦਾ। ਅੱਛਾ, ਕੋਈ ਵੱਡਾ ਕਾਰਨ ਕੀ ਰਿਹਾ? ਹੁਣ ਜਦੋਂ ਵੱਡੇ ਕਾਰਨ ਦੀ ਗੱਲ ਕਰਦੇ ਹੋ, ਕੀ ਵੱਡਾ ਕਾਰਨ ਰਿਹਾ ਕਿ ਤੁਸੀਂ ਪਿੱਛੇ ਹਟ ਗਏ, ਕੀ ਹੋਇਆ ਜੀ? ਕਾਰਨ ਜਿਵੇਂ ਪ੍ਰਿੰਸ ਵੀਰ ਨੇ ਦੱਸਿਆ ਕਿ ਸਾਰੀ ਕਮੇਟੀ ਦੀ ਜਿਹੜੀ ਗੱਲ ਨੂੰ ਅਣਗਹਿਲੇ ਕੀਤਾ ਜਾਂਦਾ ਸੀਗਾ। ਜਦੋਂ ਕਿਹਾ ਵੀ ਕਮੇਟੀ ਬਣਾ ਲਓ, ਵੀ ਇੱਕ ਹੁਣੇ ਕੌਮ ਦਾ ਪ੍ਰੋਜੈਕਟ ਬਣ ਕੇ ਰਿਪਰੈਜ਼ੈਂਟ ਹੋਇਆ ਵਰਲਡ ਦੇ ਵਿੱਚ, ਤੁਸੀਂ ਵੀ ਸਾਰੇ ਜਾਣਦੇ ਹੋ। ਸੋ ਜੇ ਕੌਮ ਦਾ ਪ੍ਰੋਜੈਕਟ ਬਣ ਕੇ ਰਿਪਰੈਜ਼ੈਂਟ ਹੋ ਚੁੱਕਿਆ ਤੇ ਉਹਦੇ ਵਿੱਚ ਇਕੱਲਾ ਬੰਦੇ ਦਾ ਕੋਈ ਹੱਕ ਨਹੀਂ ਕਿ ਮੈਂ ਇਸ ਚੀਜ਼ ਦਾ ਫੈਸਲਾ ਕਰਾਂ। ਸਾਰੀ ਕਮੇਟੀ ਦਾ ਹੱਕ ਬਣਦਾ ਹੈ ਜਾਂ ਸੰਗਤ ਦਾ ਹੱਕ ਬਣਦਾ ਹੈ, ਜਾਂ ਫਿਰ ਕਹਿ ਲਓ ਕਿ 125 ਜਿਹੜਾ WhatsApp ਗਰੁੱਪ ਬਣਿਆ, ਉਹਦੇ ਜਿਹੜੇ 125 ਮੈਂਬਰ ਆ, 1000 ਰੁਪਇਆ ਮਹੀਨਾ ਦਿੰਦੇ ਸੀ, 1,25,000 ਗੁਰੂ ਨਾਨਕ ਮੋਦੀਖਾਨੇ ਦੇ ਐਕਸਪੈਂਸਿਸ ਨੂੰ ਚਲਾਉਣ ਵਾਸਤੇ,
ਜਾਂ ਫਿਰ ਉਹਨਾਂ ਦਾ ਡਿਸੀਜਨ ਪਾਵਰ ਬਣਦਾ ਸੀ ਵੀ ਇਕੱਠੇ ਹੋ ਕੇ 1 ਮਹੀਨੇ ਬਾਅਦ ਜਿਹੜੀਆਂ ਦਿੱਕਤਾਂ ਆ ਰਹੀਆਂ ਉਹਨਾਂ ਦੇ ਸਾਹਮਣੇ ਰੱਖਿਆ ਜਾਵੇ। ਸੋ ਜਿਹੜੀਆਂ ਗੱਲਾਂ ਨੂੰ ਉਹਨਾਂ ਦਰਕਨਾਰ ਕੀਤਾ ਜਾਂਦਾ ਸੀਗਾ, ਫਿਰ ਹੌਲੀ ਹੌਲੀ ਕਹਿਣਾ ਸ਼ੁਰੂ ਕਰਤਾ ਕਿ ਮੈਨੇਜਮੈਂਟ ਦੇ ਵਿੱਚ ਬਹੁਤ ਕਮੀ ਆ ਰਹੀ ਹੈ, ਫਾਰਮਾਸਿਸਟ 5 ਲੱਖ ਰੁਪਇਆ ਖਾ ਗਿਆ, ਫਾਰਮਾਸਿਸਟ ਨੂੰ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢਦੀਆਂ। ਉਦੋਂ ਫਿਰ ਜਿਹੜੀ ਹੈ ਸਾਡੇ ਸਾਰੇ ਮੈਂਬਰਾਂ ਨੇ ਵਿਰੋਧ ਕੀਤਾ ਕਿ ਤੁਸੀਂ ਇਹ ਕੀ ਕਰ ਰਹੇ ਹੋ। ਗੁਰੂ ਨਾਨਕ ਮੋਦੀ ਖਾਨਾ ਤਾਂ ਬਹੁਤ ਜ਼ਿਆਦਾ ਵਧੀਆ ਕੌਮ ਦਾ ਪ੍ਰੋਜੈਕਟ ਬਣ ਕੇ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ? ਨਹੀਂ, ਮੇਰੇ ਸਾਹਮਣੇ ਨਹੀਂ ਕੱਢੀਆਂ, ਮੈਂ ਬਾਅਦ ਦੇ ਵਿੱਚ ਰਿਕਾਰਡਿੰਗ ਸੁਣੀ। ਰਿਕਾਰਡਿੰਗ ਕੀਤੀ? ਜੀ ਬਿਲਕੁਲ, ਨਹੀਂ ਮੈਂ ਸੁਣੀ ਬਾਅਦ ਵਿੱਚ। ਰਿਕਾਰਡਿੰਗ ਹੈ ਫੋਨ? ਸਾਡੇ ਕੋਲ ਰਿਕਾਰਡਿੰਗ ਬਿਲਕੁਲ ਹੈ ਜੀ। ਅੱਛਾ, ਕੀ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ? ਦੇਖੋ, ਮੈਂ ਕੈਮਰੇ ਦੇ ਮੂਹਰੇ ਦੱਸ ਨਹੀਂ ਸਕਦਾ। 3.5-4 ਮਿੰਟ ਆਪਾਂ ਬਿਨਾ ਗੈਪ ਲਿੱਤੇ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ, ਪਰ 4.5 ਮਿੰਟ ਬਿਨਾ ਗੈਪ ਲਿੱਤੇ ਇੰਨੀਆਂ ਵਾਹੀਆਤ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਗਈਆਂ ਨੇ ਫਾਰਮਾਸਿਸਟ ਨੂੰ। ਕਿਹਨੇ ਕੱਢੀਆਂ? ਬਲਜਿੰਦਰ ਸਿੰਘ ਜਿੰਦੂ ਜੀ ਨੇ। ਕਿਉਂ ਕੱਢੀਆਂ? ਕੋਈ ਕਾਰਨ ਹੋਊਗਾ? ਉਹਨਾਂ ਨੇ ਬਸ ਇਹ ਐਲੀਗੇਸ਼ਨ ਲਗਾਉਣਾ ਸ਼ੁਰੂ ਕਰ ਦਿੱਤਾ ਉਹਨੂੰ ਫੋਨ ਕਰਕੇ ਕਿ ਤੂੰ ਸਵੇਰੇ ਆ ਕੇ ਇੱਥੇ ਹਿਸਾਬ ਦੇ ਸਾਨੂੰ ਤੂੰ 7 ਲੱਖ ਰੁਪਏ ਦਾ ਘਾਟਾ ਪਾ ਗਿਆ, ਸਾਨੂੰ ਤੂੰ 5 ਲੱਖ ਰੁਪਏ ਦਾ ਘਾਟਾ ਪਾ ਗਿਆ। ਉਹ ਕਹਿੰਦਾ ਵੀਰੇ ਦੱਸੋ ਤਾਂ ਅਸੀਂ ਘਾਟਾ ਕਿੱਥੇ ਪੈ ਗਿਆ। ਤੁਸੀਂ ਅਗਰ ਅਸੀਂ ਰਿਕਾਰਡਿੰਗ ਜਦੋਂ ਸਾਹਮਣੇ ਰੱਖਾਂਗੇ, ਸੰਗਤ ਦੇ ਸਾਹਮਣੇ ਜਦੋਂ ਰਿਕਾਰਡਿੰਗ ਆਊਗੀ, ਉਦੋਂ ਸਭ ਨੂੰ ਇਹ ਪਤਾ ਲੱਗ ਜਾਊਗਾ ਕਿ ਫਾਰਮਾਸਿਸਟ ਉਹਨਾਂ ਦੇ ਨਾਲ ਕੀ ਗੱਲ ਕਰ ਰਿਹਾ। ਉਹ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਵਾਰ-ਵਾਰ, ਤੇ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਸਵੇਰੇ ਆ ਜੀ, ਤੂੰ ਹਿਸਾਬ ਦੇ ਦੀ, ਕਿਹਦਾ ਕਿੰਨਾ ਬਿੱਲ ਦੇਣਾ, ਕਿਹਦੇ ਕਿੰਨੇ ਪੇਮੈਂਟ ਦੇਣੀ। ਉਹਦੀ ਕੋਈ ਗਲਤੀ ਹੋਣੀ ਹੈ? ਦੇਖੋ ਜੀ, ਜੇ ਉਹਦੀ ਗਲਤੀ ਹੈ, ਮੈਂ ਮੰਨ ਲਿਆ ਉਹਦੀ ਗਲਤੀ ਹੈ, ਇਹਦਾ ਮਤਲਬ ਇਹ ਉਹਨੂੰ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢ ਦਾਂਗੇ ਆਪਾਂ। ਜਿਹੜਾ 5 ਲੱਖ ਦੀ ਗੱਲ ਹੋ ਰਹੀ ਆ ਉਹ ਕੀ ਆ? ਕੀ ਘਾਟਾ ਪੈ ਗਿਆ ਇਹਦੇ ਚ? ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜੋ ਰੇਟ ਆਪਾਂ ਨੂੰ ਦਵਾਈ ਆਈ ਉਹੀ ਰੇਟ ਆਪਾਂ ਦਵਾਈ ਸੰਗਤ ਨੂੰ ਦੇਤੀ। ਕੋਈ 20-50 ਰੁਪਏ ਦੀ ਆਪਾਂ ਦਵਾਈ, 500 ਰੁਪਏ ਦੀ ਦਵਾਈ ਆਪਾਂ ਰੋਜ਼ ਫ੍ਰੀ ਦੇ ਸਕਦੇ ਆ। ਮੈਨੂੰ ਨਹੀਂ ਲੱਗਦਾ ਇਹਦੇ ਚ ਕੋਈ ਘਾਟਾ ਵਾ। ਇਹ ਤਾਂ ਕਿ ਸਿਰਫ ਸੋਸ਼ਲ ਹਾਈਪ ਲੈਣ ਲਈ, ਮੀਡੀਆ ਦੇ ਹਾਈਪ ਲੈਣ ਲਈ, ਹਰੇਕ ਚੀਜ਼ ਦੇ ਵਿੱਚ ਬਵਾਲ ਕਰਨ ਲਈ ਇਹ ਮੁੱਦਾ ਚੱਕਿਆ ਗਿਆ। ਇਸ ਤੋਂ ਬਿਨਾਂ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੀ। ਨਹੀਂ, ਤੁਸੀਂ ਉੱਥੇ ਫਾਰਮਾਸਿਸਟ ਰੱਖੇ ਹੋਏ ਸੀਗੇ, ਉਹਦੀ ਤਨਖਾਹ ਸੀਗੀ, ਬਿਜਲੀ ਦਾ ਬਿੱਲ ਹੈ, ਕੋਈ ਹੋਰ ਖਰਚੇ ਵੀ ਹੋਣਗੇ ਜੇ ਰੈਂਟ ਤੇ ਹੈਗੇ। ਉਹਨਾਂ ਖਰਚਿਆਂ ਲਈ 125 ਮੈਂਬਰਾਂ ਦਾ ਗਰੁੱਪ ਭਾਈ ਸਾਹਿਬ ਬਣਿਆ ਹੋਇਆ। ਪਰ ਮੈਂਬਰ 1000 ਰੁਪਇਆ ਪਰ ਮਹੀਨਾ ਉਹ ਐਕਸਪੈਂਸ ਕੱਢਿਆ ਜਾਂਦਾ ਸੀ ਸੰਗਤ ਤੋਂ ਡੋਨੇਸ਼ਨ ਲੈ ਕੇ ਜੀ। ਜਿੰਦੂ ਜੀ ਕੀ ਕਹਿ ਰਹੇ ਨੇ, ਕਿੰਨਾ ਘਾਟਾ ਪਿਆ? ਜਿੰਦੂ ਜੀ ਦਾ ਕਦੇ ਘਾਟਾ ਉਹ ਕਹਿੰਦੇ ਆ 5 ਲੱਖ ਦਾ ਪੈ ਗਿਆ, ਕਦੇ 10 ਲੱਖ ਦਾ ਪੈ ਗਿਆ। ਉਹਨਾਂ ਦਾ ਇੱਕ ਸਾਥੀ ਆ, ਉਹ ਅੱਜ ਵੀ ਮੇਰੇ ਕੋਲ ਉਹ ਵੀ ਰਿਕਾਰਡਿੰਗ ਮੌਜੂਦ ਆ, ਉਹ ਕਹਿ ਰਿਹਾ ਵੀ 2 ਲੱਖ ਦਾ ਵੀ ਘਾਟਾ ਹੋਇਆ ਤਾਂ ਮੇਰੀਆਂ ਲੱਤਾਂ ਦੇ ਥੱਲੇ ਦੇ ਨਿਕਲਣ ਤੇ ਆ। ਅੱਜ ਉਹਨਾਂ ਦੇ ਨਾਲ ਫਿਰ ਰਿਹਾ, ਠੀਕ ਹੈ ਜੀ। ਪਹਿਲਾਂ ਉਹ ਇੱਧਰ ਵੀ ਹੁੰਦਾ ਸੀਗਾ, ਸਾਡੇ ਕੋਲ ਬੈਂਦਾ, ਸਾਡੇ ਨਾਲ ਵੀ ਗੱਲਾਂ ਕਰਦਾ ਸੀ। ਉਹਨੇ ਪੁੱਛਿਆ ਦਿੱਕਤ ਕੀ ਆ ਰਹੀ ਹੈ, ਅਸੀਂ ਦਿੱਕਤ ਦੱਸੀ, ਸਾਨੂੰ ਉਹਨੇ ਦਿੱਕਤ ਵੀ ਪੁੱਛੀ। ਅੱਜ ਤੁਸੀਂ ਅਗਰ ਉਹਨਾਂ ਦਾ ਇੰਟਰਵਿਊ ਲੈਣ ਜਾਓ ਜਾਂ ਪੋਸਟਾਂ ਦੇਖੋ, ਅੱਜ ਉਹ ਸਾਥੀ ਉਹਨਾਂ ਦੇ ਨਾਲ ਘੁੰਮ ਰਿਹਾ, ਠੀਕ ਹੈ ਜੀ। ਉਹਨੇ ਉੱਥੇ ਜਾ ਕੇ ਸਾਰੀ ਗੱਲਬਾਤ। ਤੁਸੀਂ ਕੀ ਕਹਿੰਦੇ ਹੋ ਵੀ ਘਾਟਾ ਕੋਈ ਨਹੀਂ ਪਿਆ? ਉਹ ਜਿਹੜਾ ਉਹਨਾਂ ਦੇ ਨਾਲ ਸਾਥੀ ਘੁੰਮ ਰਿਹਾ, ਉਹਨਾਂ ਅੱਜ ਜਿੰਦੂ ਜੀ ਕੋਲ ਜਾ ਕੇ ਬੈਠਾ ਤੇ ਸਾਨੂੰ ਫੋਨ ਕਰਕੇ ਇਹ ਕਹਿੰਦਾ ਕਿ 2 ਲੱਖ ਤੋਂ 2 ਲੱਖ ਛੱਡ ਕੇ 1.5 ਲੱਖ ਵੀ ਜੇ ਘੱਟ ਹੋਇਆ ਮੈਂ ਤੁਹਾਡੇ ਪੈਰਾਂ ਥੱਲੇ ਲੰਘ ਜੂ। ਸਾਡੇ ਕੋਲ ਰਿਕਾਰਡਿੰਗ ਪਈ ਹੈ। ਤੁਸੀਂ ਰਿਕਾਰਡਿੰਗ ਜਨਤਕ ਕਿਉਂ ਨਹੀਂ ਕਰਦੇ ਫਿਰ? ਦੇਖੋ, ਇਹ ਜਿਹੜੀਆਂ ਸਾਰੀਆਂ ਰਿਕਾਰਡਿੰਗਾਂ ਜਾਂ ਸਾਰੇ ਸਬੂਤ ਹੈ, ਉਹ ਹੌਲੀ ਹੌਲੀ ਸੰਗਤ ਦੇ ਸਾਹਮਣੇ ਹੁਣੇ ਆਪਾਂ ਰੱਖਣੇ ਸ਼ੁਰੂ ਕਰ ਦਿਆਂਗੇ, ਤਾਂ ਕਿ ਸੰਗਤ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਏ ਕਿ ਸਾਡੇ ਅਲੱਗ ਹੋਣ ਦਾ ਕਾਰਨ ਕੀ ਹੈ। ਇੱਕ ਗੁਰਸਿੱਖ ਫਾਰਮਾਸਿਸਟ ਹੈ, ਆਪਣੇ ਚੰਗੇ ਘਰੋਂ ਹੈ, ਉਹ ਆਪਣੀ ਰੋਜ਼ੀ ਰੋਟੀ ਪਾਲਦਾ ਹੈ, ਉਹਨੂੰ ਤੁਸੀਂ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕਿਵੇਂ ਕੱਢ ਸਕਦੇ ਹੋ ਬਿਨਾਂ ਕਸੂਰ ਦੇ? ਅੱਛਾ, ਇੱਕ ਫਾਰਮਾਸਿਸਟ ਨੂੰ ਹਟਾਇਆ ਗਿਆ ਜਾਂ ਵੱਧ ਹਟਾਇਆ ਗਿਆ? ਦੇਖੋ, ਪਹਿਲੇ ਮਹੀਨੇ ਕਹਿਤਾ 5 ਲੱਖ ਦਾ ਘਾਟਾ, ਪਹਿਲੇ ਫਾਰਮਾਸਿਸਟ ਨੂੰ ਗੰਦੀਆਂ ਗਾਲਾਂ ਕੱਢਤੀਆਂ। ਦੂਜੇ ਮਹੀਨੇ ਕਹਿਤਾ ਦੁਬਾਰਾ 5 ਲੱਖ ਦਾ ਘਾਟਾ, ਦੂਜੇ ਫਾਰਮਾਸਿਸਟ ਨੂੰ ਗਾਲਾਂ ਕੱਢਤੀਆਂ। ਉਸ ਤੋਂ ਬਾਅਦ ਤੀਜੇ ਨੂੰ ਬਿਨਾਂ ਕਸੂਰ, ਬਿਨਾਂ ਰੀਜ਼ਨ, ਬਿਨਾਂ ਕਾਰਨ, ਬਿਨਾਂ ਨੋਟਿਸ 1 ਮਹੀਨੇ ਦਾ ਬਿਨਾਂ ਸੈਲਰੀ ਦਿੱਤੇ ਕਹਿਤਾ ਸ਼ਾਇਦ ਤੂੰ ਵੀ ਯਾਰ ਉਹਨਾਂ ਵਰਗਾ ਹੋਏਗਾ, ਤੂੰ ਵੀ ਜਾ, ਤੈਨੂੰ ਵੀ ਨਹੀਂ ਰੱਖਣਾ। ਇਸ ਸੇਵਾ ਨੂੰ ਅਸੀਂ ਸੇਵਾ ਨਹੀਂ ਗਿਣਦੇ। ਜਦੋਂ ਆਪਾਂ 3 ਕਾਮਿਆਂ ਦੀ ਉਹਨਾਂ ਦਾ ਦੀਵਾ ਬੁਝਾ ਰਹੇ ਆ, ਉਹਨਾਂ ਦੇ ਚੁੱਲ੍ਹੇ ਬੁਝਾ ਰਹੇ ਆ, ਇੱਕ ਪਾਸੇ ਆਪਾਂ ਢੌਂ ਕਰਦੇ ਆ ਦਵਾਈਆਂ ਦੇਣ ਦਾ, ਇਹਦੀ ਸੇਵਾ ਕਿੱਦਾਂ ਦੀ ਹੋਈ ਜੀ? ਅੱਛਾ, ਆਪਾਂ ਨੂੰ ਜਿਹੜੇ ਬੰਦੇ ਆਪਣੇ ਨਾਲ ਰਹਿੰਦੇ ਆ, ਪਹਿਲਾਂ ਆਪਾਂ ਉਹਨਾਂ ਦਾ ਪੇਟ ਪੂਰਤੀ ਦਾ ਸਾਧਨ ਕੀਤਾ ਗਿਆ। ਮੈਂ 11,000 ਵਿੱਚ ਉਹਨਾਂ ਨੂੰ ਆਪਾਂ ਨੌਕਰੀ ਤੇ ਰੱਖਿਆ। ਸਵੇਰੇ 8 ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਮੁੰਡੇ ਕੰਮ ਕਰਦੇ ਸੀ। ਉਹਨਾਂ ਵਿੱਚ ਵੀ ਤਾਂ ਸਾਡੇ ਵਰਗੀ ਜਾਨ ਆ ਨਾ, ਉਹਨਾਂ ਵਿੱਚ ਵੀ ਸਾਡੇ ਵਰਗਾ ਹੀ ਪਸੀਨਾ ਆਉਂਦਾ। ਇਹ ਉਹ ਦਲਿਤ, ਇੱਕ ਉਹਨਾਂ ਵਿੱਚੋਂ ਇੱਕ ਮੁੰਡਾ ਦਲਿਤ ਸਮਾਜ ਤੋਂ ਸੀਗਾ, ਉਹਦੇ ਦਲਿਤ ਹੋਣ ਕਰਕੇ ਉਹਨੂੰ ਕੱਢਿਆ ਗਿਆ। ਕਿਹੜੀ ਗੱਲੋਂ ਕੱਢਿਆ ਗਿਆ ਉਹਨੂੰ? ਅੱਛਾ ਪ੍ਰਿੰਸ, ਸਵਾਲ ਇੱਕ ਵੱਡਾ ਹੈ ਕਿ ਪਹਿਲੇ ਦਿਨ ਜਿਹੜੇ ਤੁਸੀਂ ਕਿੰਨੇ ਮੁੰਡੇ ਸੀਗੇ ਤੇ ਹੁਣ ਅੱਜ ਉਹ ਟੀਮ ਚੋਂ ਕਿੰਨੇ ਮੁੰਡੇ ਰਹਿ ਗਏ ਆ? ਮੈਂ ਤੁਹਾਨੂੰ ਪਹਿਲਾਂ ਦੱਸਿਆ ਰਾਣੇ ਵੀਰ, 25 ਤੋਂ 30 ਜਣਿਆਂ ਨੇ ਸੇਵਾ ਸ਼ੁਰੂ ਕੀਤੀ ਸੀ ਤੇ ਅੱਜ ਇਕੱਲੇ ਕਹਿ ਰਹੇ ਜਾਂ ਇੱਕ ਅੱਧਾ ਮੈਂਬਰ ਨਵਾਂ ਕੋਈ ਜੁੜਿਆ ਬਲਜਿੰਦਰ ਸਿੰਘ ਜਿੰਦੂ ਨੇ। ਬਾਕੀ ਸਾਰੀ ਦੀ ਸਾਰੀ ਸਿੱਖ ਵੈਲਫੇਅਰ ਕੌਂਸਲ ਦੀ ਟੀਮ ਆ, ਉਹ ਇੱਕ ਪਾਸੇ ਖੜੀ ਹੈ ਜੀ। ਹੁਣ ਤੁਸੀਂ ਉੱਥੇ ਜਾਂਦੇ ਨਹੀਂ ਹੈਗੇ? ਸਾਨੂੰ ਉੱਥੇ ਦੇਖੋ ਇਹ ਕਿਹਾ ਗਿਆ, ਜਾਂ ਤਾਂ ਇਹ ਪ੍ਰੋਜੈਕਟ ਤੁਸੀਂ ਸਾਂਭ ਲਓ, ਜੇ ਤੁਸੀਂ ਸਾਂਭਣਾ ਵਾ ਮੈਂ ਨਹੀਂ ਤੁਹਾਡੇ ਥੜੇ ਚੜਦਾ, ਜੇ ਮੈਂ ਸਾਂਭਣਾ ਤੁਸੀਂ ਮੇਰੇ ਥੜੇ ਨਾ ਚੜੋ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, 25 ਜਣੇ ਟਰਾਂਸਪੀਰੇਸੀ ਨਾਲ ਕੰਮ ਕਰ ਸਕਦੇ ਕਿ ਇੱਕ ਬੰਦਾ ਟਰਾਂਸਪੀਰੇਸੀ ਨਾਲ ਕੰਮ ਕਰ ਸਕਦਾ? ਤੁਸੀਂ ਸਾਂਭ ਲੈਂਦੇ, ਕਿਉਂ ਨਹੀਂ ਸਾਂਭਿਆ ਫਿਰ ਤੁਸੀਂ? ਅਸੀਂ ਤਾਂ ਪਹਿਲਾਂ ਹੀ ਸਾਂਭ ਰਹੇ ਸੀ, ਫਿਰ ਬਵਾਲ ਕਿਸ ਗੱਲ ਦਾ ਕੀਤਾ ਗਿਆ? ਪਹਿਲਾਂ ਸਾਰੀ ਟੀਮ ਸਾਂਭ ਰਹੇ ਸੀ ਨਾ। ਨਾਲੇ ਗੁਰੂ ਨਾਨਕ ਸਾਹਿਬ ਦਾ ਮੋਦੀਖਾਨਾ ਸਾਂਭਣ ਵਾਲਾ ਮੈਂ ਜਾਂ ਬਲਜਿੰਦਰ ਸਿੰਘ ਜਿੰਦੂ ਕੌਣ ਹੁੰਦਾ? ਗੁਰੂ ਨਾਨਕ ਮੋਦੀਖਾਨਾ ਤਾਂ ਗੁਰੂ ਨਾਨਕ ਸਾਹਿਬ ਆਪ ਸਾਂਭ ਰਹੇ ਨੇ। ਪ੍ਰਿੰਸ ਜੀ, ਰੌਲਾ ਕਾਹਦਾ ਹੈ? ਪੈਸਿਆਂ ਦਾ ਹੈ, ਕਿਸ ਚੀਜ਼ ਦਾ ਇਹ ਤਾਂ ਬਲਜਿੰਦਰ ਸਿੰਘ ਜਿੰਦੂ ਜੀ ਦੱਸ ਸਕਦੇ ਆ। ਸਿੱਖ ਵੈਲਫੇਅਰ ਕੌਂਸਲ ਦੇ ਕੈਸ਼ੀਅਰ ਬਲਜਿੰਦਰ ਸਿੰਘ ਜਿੰਦੂ, ਸਿੱਖ ਵੈਲਫੇਅਰ ਕੌਂਸਲ ਦੇ ਪ੍ਰਧਾਨ ਬਲਜਿੰਦਰ ਸਿੰਘ ਜਿੰਦੂ, ਸਿੱਖ ਵੈਲਫੇਅਰ ਕੌਂਸਲ ਦੇ ਸਕੱਤਰ ਬਲਜਿੰਦਰ ਸਿੰਘ ਜਿੰਦੂ। ਪੈਸਿਆਂ ਦਾ ਰੌਲਾ ਵਾ ਜਾਂ ਜੋ ਰੌਲਾ ਤਾਂ ਬਲਜਿੰਦਰ ਸਿੰਘ ਜਿੰਦੂ ਦੱਸ। ਤੁਸੀਂ ਪੁੱਛ ਲੈਣਾ ਸੀਗਾ, ਤੁਸੀਂ ਪੁੱਛਿਆ ਨਹੀਂ ਹੈਗਾ ਜਿੰਦੂ ਜੀ ਨੂੰ ਵੀ ਭਾਜੀ ਦੱਸੋ ਗੱਲ ਕੀ ਆ? ਅਸੀਂ ਬੈਠ ਕੇ ਆਪਾਂ ਟਾਕ ਕਰਦੇ ਆ, ਜੇ ਕੋਈ ਘਾਟਾ ਵਾਧਾ ਹੋਇਆ ਆਪਾਂ ਚਾਹੇ ਕੋਈ ਆਪਣੀ ਮਦਦ
ਕਰ ਲਾਂਗੇ, ਚਾਹੇ ਕੰਟਰੀਬਿਊਟ ਕਰ ਲਾਂਗੇ, ਚਾਹੇ ਡੋਨੇਸ਼ਨ ਲੈ ਲਾਂਗੇ, ਕੁਝ ਵੀ ਕਰ ਸਕਦੇ ਹੋ। ਮੈਂ ਇਹ ਗੱਲ ਕੈਮਰੇ ਮੂਰੇ ਰੱਖਣਾ ਚਾਹੁੰਦਾ ਨਹੀਂ ਸੀ, ਪਰ ਜੇ ਤੁਸੀਂ ਸਵਾਲ ਕਰਤਾ ਤਾਂ ਮੈਂ ਰੱਖਣ ਤੇ ਕੋਈ ਗਰੇਜ਼ ਨਹੀਂ ਕਰੂੰਗਾ। ਮੈਨੂੰ ਜਿੰਨੇ ਮਰਜ਼ੀ ਕੋਈ ਲੋਕ ਗਾਲਾਂ ਕੱਢੀ ਜਾਣ ਵੀ ਤੂੰ ਉਹਦਾ ਚੇਲਾ ਸੀਗਾ ਪਹਿਲਾਂ ਤੇ ਤੈਨੂੰ, ਮੈਂ ਕੋਈ ਗਰੇਜ਼ ਨਹੀਂ ਕਰੂੰਗਾ। ਜਿਸ ਦਿਨ ਮੈਂ ਉਹਨਾਂ ਨੂੰ ਉੱਥੇ ਗਰਾਊਂਡ ਦੇ ਵਿੱਚ ਬੈਠੇ ਜਾ ਕੇ ਪੁੱਛਿਆ ਕਿ ਤੁਸੀਂ ਗਾਲ ਕੱਢੀ ਗਈ ਆ, ਮੈਨੂੰ ਕਹਿੰਦੇ ਤੂੰ ਕਾਨੂੰਨ ਨਾ ਪੁੱਛਣ ਵਾਲਾ ਕਿ ਗਾਲ ਕੱਢੀ ਆ, ਜੇ ਮੈਂ ਗਾਲ ਕੱਢੀ ਆ ਤੂੰ ਮੇਰਾ ਸਾਥ ਦੇ, ਤੂੰ ਫਾਰਮੇਸੀ ਦੇ ਹੱਕ ਵਿੱਚ ਖੜ ਬੇਇੱਜ਼ਤੀ ਕਰੀ ਜਾਂਦਾ। ਤੁਹਾਨੂੰ ਵੀ ਗਾਲਾਂ ਮੈਨੂੰ ਇਹ ਗੱਲ ਕਹੀ ਗਈ ਉਦੋਂ ਉਸ ਟਾਈਮ ਤੇ, ਉਦੋਂ ਪ੍ਰਿੰਸ ਵੀਰ ਵੀ ਮੌਜੂਦ ਸੀਗਾ। ਉਸ ਤੋਂ ਬਾਅਦ ਜਦੋਂ ਜਾਣ ਲੱਗਿਆ ਸਾਰੀ ਗੱਲ ਠੰਡੀ ਹੋ ਗਈ ਤੇ ਐਤਵਾਰੇ ਹਰ ਦਰਬਾਰ ਸਾਹਿਬ ਜਿਹੜਾ ਜਾਂਦੇ ਨੇ ਤੇ 8:30 ਵਜੇ ਰਾਤੀ ਗੱਲ ਹੋਈ ਦਰਬਾਰ ਸਾਹਿਬ ਜਾਣਾ, ਫਿਰ ਸਵੇਰੇ ਗੱਲ ਹੋਈ ਦਰਬਾਰ ਸਾਹਿਬ ਜਾਣਾ। ਸਵੇਰੇ ਫੋਨ ਦੇ ਉੱਤੇ ਫਿਰ ਮੈਨੂੰ ਮਾੜੀ ਸ਼ਬਦਾਵਲੀ ਵਰਤੀ ਗਈ ਕਿ ਤੂੰ ਸਾਡੇ ਕਿਸੇ ਮੁੰਡੇ ਨੂੰ ਰੋਟੀ ਖਾਣ ਤੋਂ ਰੋਕਤਾ, ਤੂੰ ਕਹਤਾ ਸਾਡੇ ਗਲੇ ਦੇ ਵਿੱਚੋਂ ਰੋਟੀ ਨਹੀਂ ਲੰਘਦੀ ਤੇ ਤੁਸੀਂ ਬੈਠੇ ਰੋਟੀਆਂ ਖਾਈ ਜਾਂਦੇ ਹੋ। ਫਿਰ ਮੈਂ ਉਹਨਾਂ ਨੂੰ ਗੱਲ ਕਲੀਅਰ ਕੀਤੀ ਵੀ ਗੱਲ ਇਸ ਤਰੀਕੇ ਦੀ ਹੈਗੀ ਆ, ਕੋਈ ਗੱਲ ਨਹੀਂ, ਆਪਾਂ ਦਰਬਾਰ ਸਾਹਿਬ ਜਾਣਾ ਹੀ ਆ, ਗੱਡੀ ਦੇ ਵਿੱਚ ਇਕੱਠੇ ਬਹਿ ਕੇ ਗੱਲ ਕਰ ਲੈਂਦੇ ਆ। ਮੇਰੀ ਗੱਲ ਨਹੀਂ ਸੁਣੀ ਕਿ ਅਬ ਸ਼ਬਦ ਬੋਲ ਕੇ ਪ੍ਰਿੰਸ ਵੀਰ ਦੇ ਬਾਰੇ ਮੇਰੇ ਬਾਰੇ ਕਿ ਤੁਹਾਡੀ ਟੀਮਾਂ ਬਹਿੰਦੀਆਂ ਸੀ, ਤੁਸੀਂ 7 ਲੱਖ ਖਾ ਕੇ ਹਿਸਾਬ ਦੇ ਦਿਓ। ਉਹਨਾਂ ਨੇ ਫੋਨ ਕਰਤਾ, ਮੈਂ ਕੋਸ਼ਿਸ਼ ਕੀਤੀ, ਤੁਸੀਂ ਹਿਸਾਬ ਦੇ ਦੇਣਾ ਸੀਗਾ ਜੇ 7 ਲੱਖ ਦਾ ਘੱਟ। ਸਾਡੇ ਕੋਲ ਮੈਂ ਗੱਲ ਪੂਰੀ ਕਰ ਦਿੰਨਾ। ਤੁਸੀਂ ਪੁੱਛਿਆ ਨਾ ਤੁਸੀਂ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਫੋਨ ਦੇ ਉੱਤੇ ਮਾੜੀ ਸ਼ਬਦਾਵਲੀ ਵਰਤੋਂ ਤੋਂ ਬਾਅਦ ਵੀ ਉਸੇ ਦਿਨ ਮੈਂ ਉਹਨਾਂ ਦੇ ਘਰੇ ਗਿਆ। ਜੇ ਇੰਨੀ ਗੱਲ ਹੈ ਨਾ, ਉਹਨਾਂ ਦੇ ਘਰ ਦੀ ਰਿਕਾਰਡਿੰਗ ਤੁਸੀਂ ਕਢਾ ਕੇ ਚੈੱਕ ਕਰ ਸਕਦੇ ਹੋ ਕਿ ਤਰਨਜੋਤ 15 ਦਿਨ ਪਹਿਲਾਂ ਜਿਹੜਾ ਐਤਵਾਰ ਸੀ ਤੁਹਾਡੇ ਘਰੇ ਆਇਆ ਸੀਗਾ। ਜਦੋਂ ਮੈਂ ਅੰਦਰ ਗਿਆ, ਮੈਨੂੰ ਅੰਦਰ ਜਾਂਦਿਆਂ ਨੂੰ ਕਹਿਤਾ ਪਾਣੀ ਪੀ, ਚਾਹ ਪੀ ਤੇ ਨਿਕਲ ਇੱਥੋਂ। ਮੈਂ ਕਿਸੇ ਦੀ ਗੱਲ ਨਹੀਂ ਸੁਣਨੀ। ਇਹ ਸ਼ਬਦਾਵਲੀ ਵਰਤੀ ਬਿਲਕੁਲ ਕਿਹਾ ਗਿਆ ਜੀ ਉੱਥੇ। ਜਦੋਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਜੀ ਤੁਸੀਂ ਗਾਲ ਕੱਢੀ, ਮੇਰਾ ਮੰਤਵ ਪੁੱਛਣ ਦਾ ਦੂਜੇ ਤਰੀਕੇ ਨਹੀਂ ਸੀ, ਤੁਸੀਂ ਵੱਡੇ ਭਰਾ ਹੋ, ਮੈਂ ਇਸ ਕਰਕੇ ਨਿਮਰਤਾ ਸਹਿਤ ਪੁੱਛਣਾ ਚਾਹੁੰਦਾ ਸੀ ਵੀਰੇ ਉਸ ਫਾਰਮਾਸਿਸਟ ਨੂੰ ਵੀ ਆਪਾਂ ਗਾਲ ਕੱਢਤੀ, ਕੀ ਹੋ ਗਿਆ? ਉਦੋਂ ਵੀ ਮੈਨੂੰ ਇਹ ਗੱਲ ਕਹੀ ਕਿ ਵੀ ਤੂੰ ਪੁੱਛਣ ਵਾਲਾ ਕੌਣ ਹੁੰਦਾ ਯਾਰ, ਬਾਰ-ਬਾਰ ਪਰ ਜਨਤਾ ਕਿਵੇਂ ਮੰਨੇ ਕਿ ਗਾਲਾਂ ਕੱਢੀਆਂ? ਕਿਉਂਕਿ ਦੇਖੋ ਜੀ, ਉਹ ਜਿਹੜੀ ਗਾਲਾਂ ਵਾਲੀ ਰਿਕਾਰਡਿੰਗ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਬਹੁਤ ਜਲਦ ਸੰਗਤ ਦੇ ਚਰਨਾਂ ਦੇ ਵਿੱਚ ਰੱਖ ਦਿਆਂਗੇ ਵੀ ਆਹ ਗਾਲਾਂ ਕੱਢੀਆਂ। ਫਿਰ ਸੰਗਤ ਫੈਸਲਾ ਕਰੇ ਕਿ ਗੁਰੂ ਨਾਨਕ ਮੋਦੀ ਖਾਨੇ ਨੂੰ ਚਲਾਉਣ ਵਾਲਾ ਸਿੱਖ ਚਿਹਰਾ ਸਾਹਮਣੇ ਵਾਲੇ ਫਾਰਮਾਸਿਸਟ ਗੁਰਸਿੱਖ ਨੂੰ ਇੰਨੀਆਂ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢ ਸਕਦਾ ਹੈ ਜਾਂ ਉਹ ਕੱਢਣਾ ਜਾਇਜ਼ ਹੈ। ਫਿਰ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਵੀਰੇ ਕੋਈ ਗੱਲ ਨਹੀਂ, ਆਪਾਂ ਪ੍ਰਿੰਸ ਨੂੰ ਵੀ ਬੁਲਾ ਲੈਂਦੇ ਆ, ਮੈਂ ਕਿਸੇ ਨੂੰ ਕੋਈ ਹਿਸਾਬ ਨਹੀਂ ਦੇਣਾ, ਗੁਰੂ ਨਾਨਕ ਮੋਦੀ ਖਾਨਾ ਤੁਸੀਂ ਚਲਾ ਲਓ, ਮੈਂ ਆਪਦਾ ਅੱਡ ਚਲਾ ਲੈਣਾ। ਇਹੋ ਜਿਹੀ ਸ਼ਬਦਾਵਲੀ ਵਰਤੀ ਜਾਂਦੀ ਹੈ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਨ ਜਾਂਦੇ ਆ ਕਿ ਵੀ ਆਪਾਂ ਬੈਠ ਕੇ ਗੱਲ ਕਰ ਲੈਂਦੇ ਆ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਉਹ ਕਹਿੰਦੇ ਵੀ ਜਾਂ ਤੁਸੀਂ ਚਲਾ ਲਓ ਜਾਂ ਮੈਂ ਚਲਾ ਲੈਂਦਾ। ਹਾਂ, ਉਹ ਕਹਿੰਦੇ ਮੈਂ ਚਲਾਉਂਗਾ ਤਾਂ ਮੇਰੇ ਥੜੇ ਨਾ ਚੜਿਓ ਗੁਰੂ ਨਾਨਕ ਮੋਦੀ ਖਾਨੇ ਦੇ, ਜੇ ਤੁਸੀਂ ਚਲਾਉਣਾ ਮੈਂ ਕੱਲ ਸਵੇਰ ਖੋਲਦਿਆਂ ਨੂੰ ਆਪਣਾ ਅੱਡ ਖੋਲ ਲੈਣਾ, ਤੁਸੀਂ ਚਲਾ ਲਓ। ਇੱਥੇ ਮੈਂ ਵੀ ਤੁਹਾਨੂੰ ਕਹਿਣਾ ਚਾਹੂੰਗਾ, ਜਿਹੜੀ ਸੇਵਾ ਭਾਵਨਾ ਵਾ ਨਾ, ਇਹ ਤਾਂ ਭਗਤ ਪੂਰਨ ਸਿੰਘ ਦੇ ਕਾਮਿਆਂ ਦੇ ਉੱਤੇ, ਭਗਤ ਪੂਰਨ ਸਿੰਘ ਦੇ ਚਰਨਾਂ ਦੇ ਉੱਤੇ ਚੱਲ ਕੇ ਹੋਣੀ ਆ, ਜਾਂ ਫਿਰ ਭਾਈ ਕਨ੍ਹਈਆ ਜੀ ਨੂੰ ਦੇਖ ਕੇ ਹੋਣੀ ਆ। ਜੇ ਤੁਸੀਂ ਕਹੋਗੇ ਨਾ ਹਿਟਲਰ ਸ਼ਾਹੀ ਨਾਲ ਸੇਵਾ ਕਰਨੀ ਆ, ਇਹ ਬਲਜਿੰਦਰ ਸਿੰਘ ਜਿੰਦੂ ਜੀ ਤੁਸੀਂ ਆਪਣਾ ਵਹਿਮ ਕੱਢ ਦਿਓ ਮਨ ਦਾ। ਤੁਹਾਡੇ ਮਨ ਦੇ ਵਿੱਚ ਕੋਈ ਵਹਿਮ ਆ ਨਾ ਵੀ ਤੁਹਾਨੂੰ ਅੱਜ ਹਾਈਪ ਮਿਲ ਗਈ ਆ, ਤੁਸੀਂ ਜਿਹਨੂੰ ਮਰਜ਼ੀ ਦਾਬੇ ਮਾਰ ਲਓਗੇ, ਤੁਸੀਂ ਜਿਹਨੂੰ ਮਰਜ਼ੀ ਆਪਣੀ ਲੱਤ ਦੇ ਥੱਲੋਂ ਦੀ ਕੱਢ ਲਓਗੇ, ਇਹ ਤੁਹਾਡਾ ਵਹਿਮ ਆ, ਇਹ ਬੜੀ ਜਲਦੀ ਸੰਗਤ ਨੇ ਕੱਢ ਦੇਣਾ ਹੈ। ਜਿਹੜੀ ਗੁੱਡੀ ਅਸਮਾਨ 'ਚ ਚੜ੍ਹ ਜਾਂਦੀ ਆ ਨਾ, ਉਹਨੂੰ ਇਹ ਭੁਲੇਖਾ ਹੋ ਜਾਂਦਾ ਵੀ ਮੈਂ ਇਹਨਾਂ ਡੋਰਾਂ ਤੋਂ ਬਿਨਾਂ ਹੀ ਉੱਡ ਰਹੀ ਆ, ਪਰ ਉਹ ਗੁੱਡੀ ਕੁਛ ਦਿਨਾਂ ਬਾਅਦ ਦਿਖਣੀ ਬੰਦ ਹੋ ਜਾਂਦੀ ਆ। ਤੁਹਾਡਾ ਵੀ ਨਸ਼ਰ ਇਹੀ ਹੋਣਾ ਜੀ। ਮੈਂ ਤਾਂ ਆਪਣੀ ਟੀਮ ਤੋਂ ਪੁੱਛੇ ਬਿਨਾ, ਜਿਹੜੀ ਟੀਮ ਸੀ ਉਹਨਾਂ ਤੋਂ ਪੁੱਛੇ ਬਿਨਾ 4-5 ਵਾਰ ਕੋਸ਼ਿਸ਼ ਕੀਤੀ ਆ ਕਿ ਸ਼ਾਇਦ ਗੁਰੂ ਨਾਨਕ ਮੋਦੀ ਖਾਨੇ ਦੀ ਟੀਮ ਇੱਕ ਹੋ ਜੇ ਤੇ ਇਹ ਵਖੇੜੇਵਾ ਨਾ ਹੋਵੇ। ਕਿਉਂਕਿ ਇਹ ਦੁੱਖ, ਇਹ ਗੱਲ ਸਹੀ ਨਹੀਂ ਨਾ ਹੈਗੀ, ਕਿਉਂਕਿ ਵਰਲਡ ਨੇ ਦੇਖਿਆ, ਦੁਨੀਆ ਭਰ ਦੇ ਵਿੱਚ ਇਹ ਗੱਲ ਗਈ ਕਿ ਮੋਦੀ ਖਾਨਾ ਖੁੱਲਿਆ, ਕਿਉਂਕਿ ਨਾਮ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜੁੜੀ ਹੋਈ ਚੀਜ਼ ਹੈ, ਲੋਕਾਂ ਨੇ ਸਪੋਰਟ ਵੀ ਕੀਤੀ। ਅੱਛਾ, ਡੋਨੇਸ਼ਨ ਦੀ ਜਦੋਂ ਗੱਲ ਆਉਂਦੀ ਹੈ, ਕੀ ਡੋਨੇਸ਼ਨ ਆਈ? ਦੇਖੋ ਸਾਡੇ ਸਾਹਮਣੇ ਪਹਿਲੇ ਮਹੀਨੇ ਦੀ ਜਿਹੜੀ ਗੋਲਕ ਹੈ 1,67,000 ਕਿ 1,70,000 ਰੁਪਏ ਪਹਿਲੇ ਮਹੀਨੇ ਦੀ ਗੋਲਕ ਹੈ, ਜਿਹੜੀ ਸਾਡੇ ਸਾਹਮਣੇ ਗੋਲਕ ਆਈ ਤੇ ਗਿਣੀ ਜਾਂਦੀ ਜਾਂ ਲੈਜਰ ਬਣਾਈ ਜਾਂਦੀ ਸੀ। ਦੂਜੇ ਮਹੀਨੇ ਦੀ ਗੋਲਕ 6 ਲੱਖ ਰੁਪਈਆ ਜਿਹੜੀ ਸਾਹਮਣੇ ਗਿਣੀ ਜਾਂਦੀ ਸੀ, ਲੈਜਰ ਬਣਾਈ ਜਾਂਦੀ ਸੀ, ਸਾਨੂੰ ਪਤਾ ਸੀ ਵੀ ਇੰਨੀ ਗੋਲਕ ਹੈ। ਉਸ ਤੋਂ ਇਲਾਵਾ ਕਿੰਨਾ ਪੈਸਾ ਆਇਆ, ਕਿੱਥੇ ਯੂਜ਼ ਹੋਇਆ ਜਾਂ ਨਹੀਂ ਆਇਆ, ਜਾਂ ਆਇਆ ਕਿਹੜੇ ਅਕਾਊਂਟ 'ਚ ਆਇਆ, ਵੈਸਟਰਨ ਯੂਨੀਅਨ ਰਾਹੀਂ ਆਇਆ, ਅਕਾਊਂਟਾਂ 'ਚ ਆਇਆ, ਪਰਸਨਲ ਅਕਾਊਂਟ 'ਚ ਆਇਆ, ਸਾਰੀ ਟੀਮ ਨੂੰ ਉਸ ਬਾਰੇ ਕੋਈ ਨੌਲੇਜ ਨਹੀਂ। ਕੋਈ ਅਕਾਊਂਟ ਨਹੀਂ ਸੀ। ਸਿੱਖ ਵੈਲਫੇਅਰ ਕੌਂਸਲ ਦਾ ਅਕਾਊਂਟ ਹੈ ਜੀ, ਉਹਦੇ ਵਿੱਚ ਸਾਈਨ ਕਿਤੇ ਚੱਲਦੇ ਆ ਬਲਜਿੰਦਰ ਸਿੰਘ ਜਿੰਦੂ ਤੇ ਅੰਮ੍ਰਿਤਪਾਲ ਜੀ। ਪਰ ਸਟੇਟਮੈਂਟ ਤਾਂ ਹੋਊਗੀ ਨਾ ਉਹਦੀ ਕੋਈ ਨਾ ਕੋਈ। ਦੇਖੋ ਸਟੇਟਮੈਂਟ ਇਹ ਤਾਂ ਹੁਣ ਸੰਗਤ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਇਹ ਹਿਸਾਬ ਸਿੰਘ ਜਿੰਦੂ ਜੀ ਦੇ ਸਕਦੇ ਆ ਨਾ, ਜਦੋਂ ਖਾਤਾ ਉਹਨਾਂ ਕੋਲੇ ਆ, ਸਾਈਨ ਉਹਨਾਂ ਦੇ ਚੱਲਦੇ ਆ, ਤੇ ਸਟੇਟਮੈਂਟ ਦਾ ਬਲਜਿੰਦਰ ਸਿੰਘ ਜਿੰਦੂ ਜੀ ਇਹਦਾ ਦੇ ਸਕਦੇ ਆ। ਜਾਂ ਉਹਨਾਂ ਦੇ ਪਰਸਨਲ ਅਕਾਊਂਟਾਂ 'ਚ ਆਇਆ ਜਾਂ ਵੈਸਟਰਨ ਯੂਨੀਅਨ ਦੇ ਥਰੂ ਆਇਆ, ਇਹ ਤਾਂ ਸਰਕਾਰ ਨੂੰ ਚਾਹੀਦਾ ਜਾਂ ਬਲਜਿੰਦਰ ਸਿੰਘ ਜਿੰਦੂ ਜੀ ਨੂੰ ਆਪ ਨੂੰ ਚਾਹੀਦਾ ਆ ਕੇ ਸਾਰਾ ਕੁਝ ਸਾਹਮਣੇ ਸੰਗਤ ਦੇ ਰੱਖਣ। ਪਰ ਪ੍ਰਿੰਸ, ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਤੁਸੀਂ ਜੇ ਕਹਿੰਦੇ ਹੋ ਵੀ 28-30 ਬੰਦੇ ਸੀਗੇ, ਉਹਦੇ ਵਿੱਚੋਂ ਸਿਰਫ 2-4 ਬੰਦੇ ਉਧਰ ਨੇ, ਬਾਕੀ ਤੁਸੀਂ ਅਲੱਗ ਹੋ ਗਏ ਹੋ? ਉਹਦੇ ਵਿੱਚੋਂ ਵੀ ਹੈ ਨਹੀਂਗੇ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਜਿਹੜੇ ਨਵੇਂ 2-3 ਜੁੜੇ ਸੀ, ਅੱਜ ਉਹ ਨੇ ਨਾਲ ਜਿਨ੍ਹਾਂ ਨੇ ਸ਼ੁਰੂ ਕੀਤਾ, ਮਿਹਨਤ ਕੀਤੀ ਗੁਰੂ ਨਾਨਕ ਮੋਦੀ ਖਾਨੇ ਦੀ। ਫਾਊਂਡਰ ਮੈਂਬਰਾਂ ਚੋਂ 28 ਦੇ 28-30 ਮੈਂਬਰ ਜਿੱਦਣ ਗੁਰਦੁਆਰਾ ਸਾਹਿਬ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਸਾਹਮਣੇ ਕਾਰਜ ਰੰਭਿਆ ਗਿਆ, ਉਦਣ ਦੇ ਚਿਹਰੇ ਦੇਖ ਲਓ ਤੇ ਅੱਜ ਦੇ ਚਿਹਰੇ ਦੇਖ ਲਓ, ਤੁਹਾਨੂੰ ਆਪ ਪਤਾ ਲੱਗ ਜਾਣਾ। ਅੱਛਾ, ਇੱਕ ਗੱਲ ਸਾਹਮਣੇ ਆਈ, ਮੈਨੂੰ ਪਤਾ ਲੱਗਿਆ ਜੋ ਸੱਚ ਕੀ ਹੈ ਝੂਠ ਕੀ ਹੈ। ਤੁਸੀਂ ਕੋਈ ਸਿੰਗਰ ਨੂੰ ਲੈ ਕੇ ਆਏ ਤਾਂ ਜਿੰਦੂ ਹੋਰਾਂ ਨੇ ਵਿਰੋਧ ਕੀਤਾ ਕਿ ਜਿਹੜੇ ਸਿੰਗਰ ਨੇ ਉਹ ਇੱਥੇ ਆਉਣੇ ਨਹੀਂ ਚਾਹੀਦੇ ਹੈਗੇ, ਜਿਸ ਕਰਕੇ ਤੁਹਾਡੀ ਗੱਲ ਵਧੀ ਹੈ।
ਪਹਿਲੇ ਦਿਨ ਤਾਂ ਖਾਨ ਸਾਹਿਬ ਨੂੰ ਮੇਰਾ ਭਰਾ ਛੋਟਾ ਖਾਨ ਵੀਰ ਨੂੰ ਮੈਂ ਸੁਨੇਹਾ ਲਾਇਆ ਸੀ, ਉਹ ਤਾਂ ਗੁਰਬਾਣੀ ਦਾ ਗਾਇਨ ਕਰਕੇ ਗਿਆ। ਉਹ ਤਾਂ ਬਲਜਿੰਦਰ ਸਿੰਘ ਜਿੰਦੂ ਨੇ ਆਪਣੇ ਸੋਸ਼ਲ ਸਾਈਟਾਂ ਦੇ ਉੱਤੇ ਵਾਇਰਲ ਕੀਤੀ ਆ, ਤੁਸੀਂ ਪਿੱਛੇ ਦੇਖ ਸਕਦੇ ਹੋ ਤਾਂ ਨਾਲ ਗੁਰਬਾਣੀ ਦਾ ਗਾਇਨ ਕਰਦੇ ਪਏ ਨੇ। ਇਸ ਚੀਜ਼ ਦਾ ਵਖਰੇਵਾ ਕਾਹਦਾ? ਬਲਜਿੰਦਰ ਸਿੰਘ ਜਿੰਦੂ ਜੀ ਮਿੰਨਤਾਂ ਕਰਦੇ ਸੀ ਕਿ ਕਾਸ਼ ਇੱਥੇ ਵੀਰ ਸਿੰਘ ਆ ਜਾਵੇ ਤੇ ਉਹ 13 ਵਾਲਾ ਜਿਹੜਾ ਗਾਣਾ ਉਹਦਾ ਸ਼ਬਦ ਧਾਰਮਿਕ ਜਿਹਨੂੰ ਕਹਿ ਦਿੰਦੇ ਆਪਾਂ, ਉਹ ਇੱਥੇ ਬੋਲ ਕੇ ਜਾਵੇ। ਤੇ ਵੀਰ ਸਿੰਘ ਸਿੰਗਰ ਨਹੀਂ? ਜੇ ਤੁਸੀਂ ਇੰਨੀ ਗੱਲ ਕਹਿ ਰਹੇ ਹੋ ਕਿ ਵੀ ਉਹਨਾਂ ਦਾ ਵਿਰੋਧ ਸੀਗਾ ਸਿੰਗਰ ਨਾ ਆਵੇ, ਗੁਰੂ ਨਾਨਕ ਸਾਹਿਬ ਨੂੰ ਸਿੰਗਰ ਮੰਨਦੇ ਨਹੀਂ? ਸਿੰਗਰ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨਹੀਂ? ਗੁਰੂ ਨਾਨਕ ਸਾਹਿਬ ਨੂੰ ਤੁਸੀਂ ਆਪਣਾ ਪਰਸਨਲ ਪੇਟੈਂਟ ਕਰਾ ਲਿਆ ਵੀ ਜੋ ਤੁਸੀਂ ਮੰਨ ਲਿਆ ਗੁਰੂ ਨਾਨਕ ਨੂੰ ਹੋਰ ਕੋਈ ਮੰਨ ਨਹੀਂ ਸਕਦਾ। ਅੱਛਾ, ਅੱਜ ਕੜੱਤਣ ਕਿਉਂ ਹੈ ਜਿੰਦੂ ਦੇ ਬਾਰੇ? ਕਦੇ ਤੁਸੀਂ ਉਹਨੂੰ ਵੱਡਾ ਭਰਾ ਕਹਿੰਦੇ ਸੀਗੇ, ਕਦੇ ਉਹਦੇ ਨਾਲ ਘੁੰਮਦੇ ਸੀਗੇ ਗੱਡੀਆਂ ਦੇ ਵਿੱਚ, ਉਹਦੇ ਨਾਲ ਹਰ ਟਾਈਮ ਤੁਸੀਂ ਰਹਿੰਦੇ ਸੀਗੇ, ਅੱਜ ਤੁਸੀਂ ਇੰਨਾ ਵਿਰੁੱਧ ਬੋਲ ਰਹੇ ਹੋ। ਕੜੱਤਣ ਸਾਡੀ ਬਲਜਿੰਦਰ ਸਿੰਘ ਜਿੰਦੂ ਨਾਲ ਹੋ ਸਕਦੀ ਹੈ, ਸਾਡੀ ਗੁਰੂ ਨਾਨਕ ਮੋਦੀ ਖਾਨੇ ਨਾਲ ਨਹੀਂ। ਮੈਂ ਬਲਜਿੰਦਰ ਸਿੰਘ ਜਿੰਦੂ ਦੀ ਗੱਲ ਕਰ ਰਿਹਾ। ਵੱਡਾ ਭਰਾ ਪਹਿਲਾਂ ਵੀ ਸੀ, ਵੱਡਾ ਭਰਾ ਉਹਨੇ ਅੱਜ ਵੀ ਰਹਿਣਾ। ਸਾਡੀ ਕੜੱਤਣ ਹਿਟਲਰ ਸ਼ਾਹੀ ਨਾਲ, ਸਾਡੀ ਕੜੱਤਣ ਹੈ ਜਿਹੜੀ ਉਹ ਬਾਬਰ ਸ਼ਾਹੀ ਨਾਲ ਆ। ਕਿਉਂ ਬਦਲ ਕਿਉਂ ਗਿਆ ਜਿੰਦੂ ਜੀ? ਕਿਉਂ ਬਦਲ ਗਏ? ਹੁਣ ਬਲਜਿੰਦਰ ਸਿੰਘ ਜਿੰਦੂ ਜੀ ਦੱਸ ਸਕਦੇ ਨਾ ਕਿਉਂ ਬਦਲੇ, ਉਹਨਾਂ ਦੇ ਮਨ ਦੇ ਵਿੱਚ ਕੀ ਹੈ, ਮੈਂ ਕਿਵੇਂ ਦੱਸ ਸਕਦਾ ਵੀ। ਅੱਛਾ, ਲਾਈਵ ਬਹੁਤ ਹੁੰਦੇ ਸੀਗੇ ਜਿੰਦੂ ਜੀ, ਤਾਂ ਹੁਣ ਪਿਛਲੇ 2-4 ਦਿਨ ਦਾ ਤੁਹਾਡਾ ਇਸ ਤਰ੍ਹਾਂ ਚੱਲ ਹੀ ਰਹੀ ਹੈ ਗੱਲਬਾਤ ਜਿਹੜੀ, ਉਹ ਸਾਹਮਣੇ ਆ ਕੇ ਕੋਈ ਪੋਸਟ ਕੋਈ ਵੀਡੀਓ ਪਾਈ ਉਹਨਾਂ ਨੇ ਇਸ ਤਰ੍ਹਾਂ ਦੀ? ਨਹੀਂ, ਸਾਡੇ ਨਸ਼ਰ ਦੇ ਵਿੱਚ ਤਾਂ, ਸਾਡੀ ਨੌਲੇਜ ਦੇ ਵਿੱਚ ਤਾਂ ਨਹੀਂ ਕਿ ਉਹਨਾਂ ਨੇ ਕੋਈ ਵੀਡੀਓ ਪਾਈ। ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ ਵੀ ਨਹੀਂ ਜੀ, ਕਦੇ ਅਸੀਂ 10-12 ਦਿਨ ਇਸੇ ਕਰਕੇ ਚੁੱਪ ਸੀਗੇ ਵੀ ਚਲੋ ਸਾਰਾ ਕੌਮ ਦਾ ਪ੍ਰੋਜੈਕਟ ਆ, ਗੁਰੂ ਨਾਨਕ ਸਾਹਿਬ ਦਾ ਸੈਂਸਿਟਿਵ ਪ੍ਰੋਜੈਕਟ ਆ, ਵੀ ਚਲੋ ਕੋਈ ਗੱਲ ਨਹੀਂ, ਗੁੱਸੇ ਗਿਲੇ ਹਰੇਕ ਘਰ ਦੇ ਵਿੱਚ ਹੁੰਦੇ ਰਹਿੰਦੇ ਨੇ, ਇਹ ਬਹਿ ਕੇ ਸੁਲਝਾਏ ਜਾ ਸਕਦੇ ਆ। ਕੋਈ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਿ ਜੇ ਤੁਸੀਂ ਸਵਾਲ ਚੁੱਕਦੇ ਹੋ? ਜਦੋਂ ਆਪਾਂ ਇੱਕ ਘਰ ਵੀ ਪਾਉਨੇ ਆ ਨਾ, ਉਹਨੂੰ ਬਣਾਉਣ ਲਈ ਨਵੇਂ ਘਰ ਨੂੰ 100 ਆਪਾਂ ਨੂੰ ਬਦਲਾਅ ਕਰਨੇ ਪੈਂਦੇ ਆ। ਕਈ ਵਾਰੀ ਆਪਾਂ 12 ਬੂਹੇ ਚੇਂਜ ਕਰਦੇ ਆ, ਕਈ ਵਾਰੀ ਆਪਾਂ ਕੰਧਾਂ ਕੱਢਦੇ ਆ। ਇਹਦਾ ਮਤਲਬ ਇਹ ਨਹੀਂ ਹੁੰਦੀ ਆਪਾਂ ਸਾਰੇ ਘਰ ਦਾ ਲੈਂਟਰ ਹੀ ਤੋੜ ਦਈਏ, ਸਾਰਾ ਕੁਝ ਲੱਗ ਥੱਦ ਕਰ ਦਈਏ। ਅੱਛਾ, ਇੱਕ ਗੱਲ ਹੋਰ ਸਾਹਮਣੇ ਆਈ ਸੀਗੀ ਉਹਨਾਂ ਦਿਨਾਂ ਦੇ ਦੌਰਾਨ ਕਿ ਮੈਡੀਸਨ ਜਿਹੜੀ ਹੈ, ਤੁਹਾਨੂੰ ਜਵਾਬ ਦੇਤਾ ਸੀਗਾ ਕਿ ਮੈਡੀਸਨ ਮਿਲ ਨਹੀਂ ਰਹੀ ਹੈਗੀ। ਪਿੱਛੋਂ ਤੁਹਾਨੂੰ ਜਿਹੜੇ ਬਾਕੀ ਮੈਡੀਕਲ ਸਟੋਰ ਵਾਲੇ ਨੇ ਇਕੱਠੇ ਹੋ ਗਏ ਨੇ, ਯੂਨੀਅਨ ਹੈਗੀ ਆ, ਤੇ ਜਿਹੜਾ ਮੋਦੀ ਖਾਨਾ ਹੈ ਉਹਨੂੰ ਮੈਡੀਸਨ ਨਹੀਂ ਸੀ ਆਉਂਦੀ। ਕੀ ਸੱਚਾਈ ਹੈ ਇਸ ਗੱਲ ਦੀ? ਦੇਖੋ, ਆਪਾਂ ਰਾਣੇ ਵੀਰ ਆਪਾਂ ਇੱਕ ਸੱਭਿਅਕ ਸਮਾਜ ਵਿੱਚ ਰਹਿੰਦੇ ਆ ਤੇ ਆਪਾਂ ਗੱਲਾਂ ਵੀ ਕਰਦੇ ਆ ਸੱਭਿਅਕ ਸਮਾਜ ਸਿਰਜਣ ਦੀਆਂ। ਜਦੋਂ ਆਪਾਂ ਕਿਸੇ ਨੂੰ ਵੀ ਮਾੜੀ ਸ਼ਬਦਾਵਲੀ ਵਰਤਾਂਗੇ ਨਾ, ਅਗਲੇ ਕੋਲ ਵੀ ਅਧਿਕਾਰ ਆ। ਅਗਲੇ ਨੇ ਮੈਡੀਸਨ ਥੋੜੇ ਦਿਨਾਂ ਲਈ ਜ਼ਰੂਰ ਬੰਦ ਕੀਤੀ ਸੀ, 2-4 ਦਿਨਾਂ ਲਈ, ਪਰ ਜਿਸ ਲੈਵਲ ਤੇ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕੀਤਾ ਗਿਆ, ਉਸ ਲੈਵਲ ਤੇ ਮੈਡੀਸਨ ਨਹੀਂ ਬੰਦ ਹੋਈ ਸੀ। ਇਹ ਕਿਸੇ ਦੇ ਵੀ ਚਿੱਤ ਵਿੱਚ ਵੀ ਨਹੀਂ ਆ ਸਕਦਾ ਮੈਡੀਸਨ ਕਿਵੇਂ ਬੰਦ ਹੋ ਸਕਦੀ ਆ। ਪੈਸੇ ਦੇਣੇ ਆਪਾਂ ਮੈਡੀਸਨ ਮਿਲਣੀ ਆ। ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਜਿਹੜੇ ਵਿਚਲੇ 15 ਦਿਨ ਬੰਦ ਰਹੀ ਹੈ ਮੈਡੀਸਨ, ਵੀ ਲੋਕਾਂ ਨੂੰ ਨਹੀਂ ਮਿਲੀ, ਲੋਕ ਫਿਰੋਜ਼ਪੁਰ ਤੋਂ ਆ ਕੇ 3-3 ਘੰਟੇ ਲਾਈਨ 'ਚ ਖੜ ਕੇ ਮੁੜਦੇ ਰਹੇ, ਕਿ ਉਦੋਂ ਵੀ ਮੈਡੀਸਨ ਬੰਦ ਸੀ? ਉਦੋਂ ਵੀ ਟੀਮ ਨੇ ਜਦੋਂ ਵਿਰੋਧ ਕੀਤਾ ਕਿ 15 ਆਪਣਾ ਇੰਨੀ ਦੂਰੋਂ ਆ ਕੇ 1.5 ਕਿਲੋਮੀਟਰ ਤੋਂ ਬੰਦਾ 1.5 ਘੰਟਾ 3-3 ਘੰਟੇ ਲਾਈਨ 'ਚ ਖੜ ਕੇ ਮੁੜ ਰਿਹਾ, ਵੀ ਉਹਨੂੰ ਦਵਾਈ ਨਹੀਂ ਮਿਲ ਰਹੀ, ਵੀ ਆਪਾਂ ਪਾਊਡਰ ਜ਼ਿਆਦਾ ਜਿਹੜੇ ਨਵੇਂ ਪਰਚੇਜ਼ਮੈਨ ਉਹਨਾਂ ਨੇ ਰੱਖ ਲਏ ਸੀ ਆਪਣੀ ਮਰਜ਼ੀ ਤੇ ਸਾਡੀ ਸੁਣੀ ਨਹੀਂ ਗਈ, ਤੇ ਉਹ ਪਾਊਡਰ ਮੰਗਾ ਰਹੇ ਨੇ, ਤੇਲ ਮੰਗਾ ਰਹੇ, ਗਲੂਕੋਜ਼ ਮੰਗਾ ਕੇ ਵੇਚੀ ਜਾਂਦੇ। ਸਾਨੂੰ ਕਿਹਾ ਗਿਆ ਪਾਊਡਰ ਵਿਕਦਾ ਵੇਚੋ, ਤੇਲ ਵਿਕ ਰਿਹਾ ਵੇਚੋ। ਮੇਰੇ ਤੋਂ ਜਿੰਨੀ ਸੇਵਾ ਹੁੰਦੀ ਮੈਂ ਉਨੀ ਕਰਨੀ ਹੈ, ਮੇਰੇ ਨਾਲ ਬਹਿਸ ਕਰਨ ਦੀ ਲੋੜ ਨਹੀਂ। ਅੱਜ ਬੰਦ ਹੁੰਦਾ ਅੱਧ ਹੋ ਜਾਵੇ, ਬੰਦ ਕਰ ਦੇਵਾਂਗਾ। ਗੁਰੂ ਨਾਨਕ ਮੋਦੀ ਖਾਨਾ ਅਸੀਂ ਬੰਦ ਕਰਨ ਵਾਸਤੇ ਨਹੀਂ ਖੋਲਿਆ। ਗੁਰੂ ਨਾਨਕ ਮੋਦੀ ਖਾਨਾ ਮੈਡੀਸਿਨਸ ਦੇ ਆਧਾਰ ਤੇ ਖੋਲਿਆ, ਤੇ ਉੱਥੇ ਮੈਡੀਸਿਨ ਜ਼ਿਆਦਾ ਮਿਲਣੀ ਚਾਹੀਦੀ ਹੈ। ਕੋਈ ਕਾਸਮੈਟਿਕ ਦੀ ਦੁਕਾਨ ਥੋੜੀ ਆ ਵੀ ਤੁਸੀਂ ਕਹਿ ਦੋ ਪਾਊਡਰ ਵਿਕਦਾ, ਪਾਊਡਰ ਵੇਚੀ ਚੱਲੋ। ਅੱਛਾ, ਜਿਹੜਾ ਰੇਟ ਟੂ ਰੇਟ ਸੀਗਾ, ਰੇਟ ਟੂ ਰੇਟ ਚੀਜ਼ਾਂ ਵੇਚੀਆਂ, ਜਿਹੜਾ ਡੋਨੇਸ਼ਨ ਦੇ ਨਾਲ ਡੋਨੇਸ਼ਨ ਵੀ ਆ ਗਿਆ, ਤੇ ਜਿਹੜਾ ਤੁਹਾਡਾ ਖਰਚਾ ਸੀਗਾ, ਤੁਸੀਂ ਕਹਿੰਦੇ 125 ਬੰਦੇ ਦਾ ਗਰੁੱਪ ਸੀਗਾ, ਉਹਦੇ ਨਾਲ ਚਲਾਉਂਦੇ ਸੀਗੇ, ਫਿਰ ਘਾਟਾ ਕਿੱਥੇ ਪਿਆ? ਕਿੱਥੇ ਪੈਣ ਦੀ ਗੱਲ ਹੋ ਰਹੀ ਹੈ? ਇਹੀ ਤਾਂ ਗੱਲ ਹੈ। ਜਦੋਂ ਬਲਜਿੰਦਰ ਸਿੰਘ ਜਿੰਦੂ ਜੀ ਨੇ ਰੌਲਾ ਪਾਇਆ ਕਿ 5 ਲੱਖ ਘਟ ਗਿਆ, ਮੈਂ ਉਹਨੂੰ ਭਜਾ ਦੇਣਾ, 5 ਲੱਖ ਘਟ ਗਿਆ, 10 ਲੱਖ ਘਟ ਗਿਆ, ਮੈਂ ਉਹਨੂੰ ਭਜਾ ਦੇਣਾ, ਉਦੋਂ ਅਸੀਂ ਕਿਹਾ ਭਜਾਣਾ ਕੋਈ ਹੱਲ ਨਹੀਂ, ਉਹਨੂੰ ਬੱਚੇ ਨੂੰ ਬਿਠਾਓ, ਜਿਹੜੇ ਹੋਰ ਨਾਲ ਮੈਂਬਰ ਇੱਥੇ ਆਉਂਦੇ ਸੀ ਉਹਨਾਂ ਨੂੰ ਬਿਠਾਓ। ਇੱਕ ਜਿਹੜੇ ਸੀਨੀਅਰ ਮੈਂਬਰ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜੱਜ ਸਾਹਿਬ ਦੇ ਸਾਡੇ ਨਾਲ 2 ਰੀਡਰ ਵੀ ਜੁੜੇ ਹੋਏ ਸੀ, ਅਗਲੇ ਸਿਆਣੇ ਬੰਦੇ ਆ, ਜੱਜ ਜੇ ਰੀਡਰ ਨੇ, ਉਹਨਾਂ ਨੂੰ ਕੋਈ ਤਾਂ ਨੌਲੇਜ ਹੋਊਗੀ ਨਾ ਵੀ ਕਿਸ ਤਰੀਕੇ ਗੱਲ ਕਰਨੀ ਆ ਬੈਠ ਕੇ, ਵੀ ਸਾਰੀ ਟੀਮ ਨੂੰ ਬਿਠਾ ਕੇ ਲੀਕੇਜ ਲੱਭਣ ਦੀ ਲੋੜ ਆ, ਵੀ ਲੀਕੇਜ ਕਿੱਥੇ ਆ। ਕੋਈ ਦਵਾਈਆਂ ਇੱਧਰ ਉੱਧਰ ਹੁੰਦੀਆਂ ਸੀਗੀਆਂ? ਦੇਖੋ ਜੀ, ਦਵਾਈਆਂ ਇੱਧਰ ਉੱਧਰ ਕਿਵੇਂ ਹੋ ਸਕਦੀਆਂ ਨੇ? 24 ਘੰਟੇ ਤਾਂ ਉੱਥੇ ਰਿਕਾਰਡਿੰਗ ਚੱਲਦੀ ਹੈ, YouTube ਦੇ ਉੱਤੇ ਲਾਈਵ ਚੱਲਦਾ ਜੀ ਗੁਰੂ ਨਾਨਕ ਮੋਦੀ ਖਾਨਾ। ਜਦੋਂ ਤੋਂ ਅਸੀਂ ਸੇਵਾ ਆਰੰਭੀ ਸੀ ਉਦੋਂ ਤੋਂ ਹੀ ਗੁਰੂ ਨਾਨਕ ਮੋਦੀ ਖਾਨਾ YouTube ਦੇ ਉੱਤੇ ਲਾਈਵ ਸੀ, ਸਾਰਾ ਕੁਝ ਤਾਂ ਔਨ ਰਿਕਾਰਡ ਆ। ਜੇ ਕਿਤੇ ਲੀਕੇਜ ਆ ਰਹੀ ਆ, ਆਪਣਾ ਕੰਮ ਲੀਕੇਜ ਲੱਭਣਾ ਵਾ, ਨਾ ਕਿ ਸਾਰੀ ਟੀਮ ਨੂੰ ਲੱਗ ਥੱਕ ਕਰਕੇ ਆਪ ਮੋਰੀ ਪ੍ਰਧਾਨ। ਮੋਟਿਵ ਕੀ ਹੈ ਇਹਦੇ ਪਿੱਛੇ, ਤੁਹਾਨੂੰ ਕੀ ਲੱਗਦਾ? ਇਹ ਤਾਂ ਹੁਣ ਉਹ ਦੱਸ ਸਕਦੇ ਵੀ ਇਹਦੇ ਪਿੱਛੇ ਉਹਨਾਂ ਦੇ ਸੌੜੇ ਹਿੱਤ ਕੀ ਆ। ਮੈਂ ਤਾਂ ਸੰਗਤ ਦੀ ਕਚਹਿਰੀ 'ਚ ਇੱਕੋ ਗੱਲ ਰੱਖਣੀ ਚਾਹੁੰਦਾ, ਟਰਾਂਸਪੇਰੈਂਸੀ ਨਾਲ 25 ਜਣੇ ਕੰਮ ਕਰ ਸਕਦੇ ਆ, ਇੱਕ ਜਣਾ ਹੁਣ ਸੰਗਤ ਤੈਅ ਕਰੂਗੀ। ਤੁਹਾਡਾ ਕੀ ਮੋਟਿਵ ਹੈ? ਸਾਡਾ ਕੀ ਮੋਟਿਵ ਆ? ਸਾਡਾ ਮੋਟਿਵ ਆ ਲੋਕਾਂ ਦੇ ਅੱਗੇ ਸੱਚ ਰੱਖਣਾ। ਚੁਨਰੀ ਕੇ ਨੀਚੇ ਕਿਆ ਹੈ, ਪਰਦੇ ਕੇ ਪਿੱਛੇ ਕਿਆ ਹੈ, ਅਸੀਂ ਤਾਂ ਪਰਦੇ ਦੇ ਪਿੱਛੇ ਦਾ ਸੱਚ ਉਹ ਉਜਾਗਰ ਕਰਨਾ। ਸਾਡਾ ਮੋਟਿਵ ਸੀ ਕੋਈ ਕਿਸੇ ਹੱਥ 'ਚ ਤਾਂ ਨਹੀਂ ਖੇਡ ਰਹੇ, ਕਿਸੇ ਦੇ ਵਿਰੋਧੀਆਂ ਦੇ ਹੱਥ 'ਚ ਤਾਂ ਨਹੀਂ ਚਲੇ ਗਏ ਤੁਸੀਂ? ਦੇਖੋ, ਜੇ ਅਸੀਂ ਵਿਰੋਧੀਆਂ ਦੇ ਹੱਥ ਵਿੱਚ ਹੁੰਦੇ ਤਾਂ ਅਸੀਂ ਉਸੇ ਦਿਨ ਨਾ ਮੈਡੀਕਲ ਐਸੋਸੀਏਸ਼ਨ ਦੇ ਹੱਕ 'ਚ ਖੜ ਜਾਂਦੇ, ਉਸੇ ਦਿਨ ਨਾ ਸਰਕਾਰਾਂ ਦੇ ਹੱਕ 'ਚ ਖੜ ਜਾਂਦੇ। ਜਿਸ ਦਿਨ ਇਹਨਾਂ ਨੇ ਕਿਹਾ ਵੀ ਸਰਕਾਰਾਂ ਬੰਦ ਕਰਾਉਣੀਆਂ ਚਾਹੁੰਦੀਆਂ ਨੇ, ਕੋਈ ਆ ਲੀਡਰ ਬੰਦ ਕਰਾਉਣਾ ਚਾਹੁੰਦਾ, ਉਸ ਦਿਨ ਅਸੀਂ ਉਹਨਾਂ ਦੇ ਹੱਕ 'ਚ ਖੜ ਕੇ ਉਹਨਾਂ ਦੇ ਵੱਲ ਦੇ ਹੋ ਜਾਂਦੇ ਵੀ ਇਹ ਤਾਂ ਝੂਠ ਬੋਲਦੇ ਆ। ਅੱਜ ਵੀ ਅਸੀਂ ਇਹ ਗੱਲ ਔਨ ਰਿਕਾਰਡ ਕੈਮਰੇ ਦੇ ਉੱਤੇ ਕਹਿੰਦੇ ਆ
ਜਿਹੜੇ ਲੋਕਾਂ ਦੀ ਚੰਮ ਲਾਉਂਦੇ ਨੇ, ਜਿਹੜੇ ਲੋਕਾਂ ਦੀ ਛਿੱਲ ਲਾਉਂਦੇ ਨੇ, ਮੈਂ 100 ਵਾਰ ਕਹਿੰਦਾ ਉਹਨਾਂ ਨੂੰ ਅੱਜ ਵੀ ਉਹ ਚੋਰ ਨੇ। ਬਿਲਕੁਲ ਅਸੀਂ ਅੱਜ ਜਿਹੜੇ ਮੈਡੀਸਨ ਵਾਲੇ ਵੀਰ ਸਾਡੇ ਕਈ ਸਾਡੇ ਭਰਾ ਨੇ, ਉਹ ਬਿਲਕੁਲ ਘੱਟ ਮੁਨਾਫੇ ਦੇ ਉੱਤੇ ਲੋਕਾਂ ਦੀ ਸੇਵਾ ਹੀ ਕਰ ਰਹੇ ਨੇ, ਨਾਲੇ ਆਪਣੇ ਪੇਟ ਦੀ ਪੂਰਤੀ, ਨਾਲੇ ਆਪਣੇ ਪਰਿਵਾਰ ਨੂੰ ਪਾਲ ਰਹੇ ਨੇ। ਜੰਦੂ ਹੋਰਾਂ ਨੂੰ ਅੱਜ ਦਾ ਤੁਸੀਂ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਹੋ, ਪਰ ਤੁਹਾਨੂੰ ਪਹਿਲਾਂ ਕਿਉਂ ਨਹੀਂ ਸੀ ਪਤਾ? ਪਹਿਲਾਂ ਵੀ ਤਾਂ ਤੁਸੀਂ ਜਾਣਦੇ ਹੀ ਸੀ ਨਾ ਉਹਨਾਂ ਨੂੰ। ਮੇਨ ਵਖਰੇਵਾ ਹੈ ਨਾ ਜਿਹੜਾ ਅੱਜ ਦਾ, ਜਦੋਂ ਲੋਕ ਰਿਕਾਰਡਿੰਗ ਸੁਣਨਗੇ ਜਾਂ ਲੋਕਾਂ ਨੂੰ, ਅੱਜ ਤਾਂ ਲੋਕ ਸਾਨੂੰ ਕਮੈਂਟਾਂ ਦੇ ਵਿੱਚ ਗਾਲਾਂ ਵੀ ਕੱਢਣਗੇ, ਲੋਕ ਸਾਨੂੰ ਵਿਕੇ ਹੋਏ ਵੀ ਕਹਿਣਗੇ, ਸਰਕਾਰਾਂ ਦੇ ਹੱਥ ਚੜ ਕੇ ਵੀ ਕਹਿਣਗੇ। ਜਦੋਂ ਲੋਕਾਂ ਨੇ ਉਹ ਰਿਕਾਰਡਿੰਗ ਸੁਣਨੀ ਹੈ ਤੇ ਲੋਕਾਂ ਨੂੰ ਜਦੋਂ ਪਤਾ ਲੱਗਣਾ ਵੀ ਵਾਕਈ ਫਾਰਮਾਸਿਸਟ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ, ਇਹਨਾਂ ਦੇ ਮੇਨ ਅੱਡ ਹੋਣ ਦਾ, ਵਖਰੇਵੇਂ ਹੋਣ ਦਾ ਕਾਰਨ ਇਹ ਬਣਿਆ। ਫਿਰ ਉਹ ਫਾਰਮਾਸਿਸਟ ਕਿਉਂ ਨਹੀਂ ਸਾਹਮਣੇ ਆ ਗਿਆ? ਤੁਸੀਂ ਕਿਉਂ ਸਾਹਮਣੇ ਆਏ? ਦੇਖੋ, ਫਾਰਮਾਸਿਸਟ ਨੂੰ ਜਦੋਂ ਇੰਨੀਆਂ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਤੁਸੀਂ ਉਹ ਰਿਕਾਰਡਿੰਗ ਸੁਣੋਗੇ, ਉੱਚੀ ਵਿਚਾਰਾ ਬੱਚਾ ਉਹ ਕਹੀ ਜਾਂਦਾ ਕਿ ਵੀਰੇ ਮੈਂ ਕੀ ਕੀਤਾ, ਵੀਰੇ ਮੈਨੂੰ ਦੱਸੋ ਮੇਰਾ ਕਸੂਰ ਕੀ ਆ। ਅਗਲਾ ਕਹਿੰਦਾ ਹੁਣ ਮੈਂ ਕਿਤੇ ਹੋਰ ਦੁਕਾਨ ਤੇ ਵੀ ਕੰਮ ਕਰਨਾ ਵੀਰੇ, ਜੇ ਮੈਂ ਇਹਨਾਂ ਕੰਮਾਂ ਦੇ ਵਿੱਚ ਪੈ ਗਿਆ ਤੇ ਮੈਨੂੰ ਤਾਂ ਇਹ ਮਾਰ ਦੇਣਗੇ। ਉਹ ਡਰਦਾ, ਉਹ ਕਹਿੰਦਾ ਮੈਨੂੰ ਤਾਂ ਗੋਲੀ ਮਾਰ ਦੇਣਗੇ। ਵੀ ਬਲਜਿੰਦਰ ਸਿੰਘ ਜਿੰਦੂ ਜੀ ਨੇ ਪਹਿਲਾਂ ਵੀ ਕਿਸੇ ਦੇ ਗੋਲੀ ਮਾਰੀ ਹੋਈ ਆ, ਉਹਨੂੰ ਤੇ ਇਹਨਾਂ ਜਿਹੜਾ ਉਸ ਚੀਜ਼ ਦਾ ਪਤਾ ਸੀਗਾ। ਉਹ ਬੱਚਾ ਡਰਦਾ ਵੀ ਵੀਰੇ ਮੇਰੇ ਤਾਂ ਗੋਲੀ ਮਾਰ ਦੇਣਗੇ, ਮੈਂ ਕਿਵੇਂ ਸਾਹਮਣੇ ਆ ਜਾਵਾਂ? ਦੱਸੋ ਤੁਸੀਂ, ਉਹ ਬੰਦਾ ਕਿਵੇਂ ਇਸ ਤਰੀਕੇ? ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਬਾਬਰ ਨੂੰ ਬਾਬਰਸ਼ਾਹੀ ਕਹਿਣਾ ਗਲਤ ਆ ਜੀ? ਜੀ ਤੁਸੀਂ ਦੱਸੋ ਰਾਣਾ ਜੀ, ਬਾਬਰ ਨੂੰ ਬਾਬਰਸ਼ਾਹੀ ਕਹਿਣਾ ਪਰ ਤੁਹਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਜਦੋਂ ਨਾਲ ਸੀਗੇ ਤੁਸੀਂ? ਦਾ ਤੁਸੀਂ ਸੈਂਸਿਟਿਵ ਪ੍ਰੋਜੈਕਟ ਆ ਜੀ, ਹਜੇ ਕਿੰਨਾ ਕੁ ਟਾਈਮ ਹੋਇਆ ਤੁਰਿਆਂ ਨੂੰ? 2 ਮਹੀਨੇ ਤਾਂ ਹਜੇ ਤੁਰਿਆਂ ਨੂੰ ਹੋਇਆ ਸਾਨੂੰ। ਮਕਾਨ ਦਾ ਲੈਂਟਰ ਵੀ ਪਾਉਣਾ ਹੋਵੇ ਨਾ, ਮਕਾਨ ਦਾ ਲੈਂਟਰ ਉਹਨੂੰ ਵੀ 1.5 ਮਹੀਨਾ। ਕਿਤੇ ਇਹ ਤਾਂ ਨਹੀਂ ਵੀ ਜਿੰਦੂ ਹੋਰੀ ਮਸ਼ਹੂਰ ਹੋ ਗਏ, ਤੁਸੀਂ ਪਿੱਛੇ ਰਹਿ ਗਏ, ਇਸ ਕਰਕੇ ਤੁਸੀਂ ਪਬਲਿਸਿਟੀ ਭਾਲਦੇ ਹੋ? ਜੇ ਇਹ ਗੱਲ ਹੁੰਦੀ ਤਾਂ ਉੱਥੇ ਬਹੁਤ ਸਾਰੇ ਚਿਹਰੇ ਇਦਾਂ ਦੇ ਨੇ ਜਿਹੜੇ ਮੇਰੇ ਲਿੰਕ ਦੇ ਥਰੂ ਜਾਂ ਤਰਨ ਦੇ ਲਿੰਕ ਦੇ ਥਰੂ ਆਏ ਨੇ, ਮੈਂ ਉਦੋਂ ਹੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ। ਜੇ ਅੱਜ ਮੈਂ ਤੁਹਾਡੇ ਨਾਲ ਮੀਡੀਆ 'ਚ ਬਹਿ ਕੇ ਗੱਲ ਕਰ ਸਕਦਾ, ਮੈਂ ਕੱਲ ਜਿਹੜਾ ਇੰਟਰਵਿਊ ਦਿੱਤਾ ਹੈ, ਅਸੀਂ ਉਹ ਇੰਟਰਵਿਊ ਦੇ ਸਕਦੇ ਹਾਂ ਕਿ ਅਸੀਂ 6 ਮਹੀਨੇ ਪਹਿਲਾਂ ਜਾਂ 2 ਮਹੀਨੇ ਪਹਿਲਾਂ ਮੀਡੀਆ ਸਾਹਮਣੇ ਆ ਕੇ ਇੰਟਰਵਿਊ ਨਹੀਂ ਸੀ ਦੇ ਸਕਦੇ। ਅਸੀਂ ਇਹ ਸੋਚਿਆ ਕਿ ਇੱਕ ਬੰਦਾ ਲੀਡ ਕਰ ਰਿਹਾ, ਇਟਸ ਓਕੇ, ਅਸੀਂ ਸੇਵਾ ਵੱਲ ਧਿਆਨ ਦਿੰਨੇ ਆ। ਫਿਰ ਅਸੀਂ ਉਦੋਂ ਵੀ ਮੀਡੀਆ ਜਾ ਕੇ ਬੋਲ ਸਕਦੇ ਸੀ, ਸਾਨੂੰ ਪਬਲਿਸਿਟੀ ਮਿਲ ਜਾਂਦੀ। ਸੋ ਇਹ ਪਬਲਿਸਿਟੀ ਕਾਰਨ ਨਹੀਂ ਆ। ਦੇਖੋ, ਫਾਰਮਾਸਿਸਟ ਦਾ ਕੰਮ ਸੀ ਦਵਾਈਆਂ ਕੱਢਣਾ, ਠੀਕ ਹੈ ਜੀ, ਰੇਟ ਲਾਉਣਾ ਟੀਮ ਦਾ ਕੰਮ, ਕੈਲਕੂਲੇਟਰ ਤੇ ਖੜਨਾ ਟੀਮ ਦਾ ਕੰਮ, ਗੱਲੇ ਤੇ ਖੜਨਾ ਟੀਮ ਦਾ ਕੰਮ। ਉਹ ਦਵਾਈਆਂ ਜੇਬ 'ਚ ਪਾ ਕੇ ਲੈ ਗਿਆ ਮਹੀਨੇ 'ਚ 7 ਲੱਖ ਰੁਪਏ ਦੀਆਂ, ਦੱਸੋ ਤੁਸੀਂ ਕਿਵੇਂ ਲੈ ਗਿਆ? ਮੇਨ ਵਖਰੇਵਾ ਹੀ ਇਸ ਗੱਲ ਦਾ ਕਿ ਬੱਚਿਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਗੰਦੀਆਂ ਮਾਂ ਭੈਣ ਦੀਆਂ, ਬਿਨਾਂ ਸੈਲਰੀ ਦਿੱਤੇ, ਬਿਨਾਂ ਨੋਟਿਸ ਦਿੱਤੇ, ਬਿਨਾਂ ਕਾਰਨ ਦਿੱਤੇ ਉਹਨਾਂ ਨੂੰ ਕੱਢਿਆ ਜਾਂਦਾ। ਅੱਛਾ, ਹੁਣ ਤੁਹਾਨੂੰ ਕਦੇ ਮੌਕਾ ਮਿਲੇ ਦੁਬਾਰਾ ਇਕੱਠੇ ਹੋਣ ਦਾ, ਜਾਂ ਜੇ ਤੁਹਾਡੇ ਜਿਹੜੇ ਇਹ ਜੋ ਗਿਲੇ ਸ਼ਿਕਵੇ ਨੇ ਜਾਂ ਸਵਾਲਾਂ ਦੇ ਜਵਾਬ ਮਿਲ ਜਾਣ, ਜਾਓਗੇ ਉੱਥੇ ਮੋਦੀ ਖਾਨੇ? ਦੇਖੋ, ਗੁਰੂ ਨਾਨਕ ਮੋਦੀ ਖਾਨਾ ਅੱਜ ਵੀ ਸਾਡੇ ਲਈ ਸਤਿਕਾਰਯੋਗ ਹੈ। ਮੈਂ ਕਹਿੰਦਾ ਇੱਕ ਦੀ ਬਜਾਏ 100 ਖੁੱਲਣੇ ਚਾਹੀਦੇ ਆ, ਸਾਰੇ ਵਰਲਡ 'ਚ ਖੁੱਲਣੇ ਚਾਹੀਦੇ ਆ। ਕਿਉਂ ਨਹੀਂ ਜਾਵਾਂਗੇ? ਅਸੀਂ ਮਿਹਨਤ ਕਰਕੇ ਸ਼ੁਰੂ ਕੀਤਾ, ਸਾਡਾ ਤਾਂ ਉਹਦੇ ਨਾਲ ਇਮੋਸ਼ਨਲ ਅਟੈਚਮੈਂਟ ਹੀ ਬੜੀ ਆ, ਸਾਨੂੰ ਤਾਂ ਦੁੱਖ ਹੀ ਬਹੁਤ ਲੱਗਿਆ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਗਿਲੇ ਸ਼ਿਕਵੇ ਆ, ਗਿਲੇ ਸ਼ਿਕਵੇ ਸਾਡੇ ਗੁਰੂ ਨਾਨਕ ਮੋਦੀ ਖਾਨੇ ਦੇ ਨਾਲ ਨਹੀਂ, ਗਿਲੇ ਸ਼ਿਕਵੇ ਪਾਰਟਿਕੂਲਰ ਇੱਕ ਪਰਸਨ ਦੇ ਵਾਸਤੇ ਹੈ। ਮੈਂ ਅੱਜ ਵੀ ਮੀਡੀਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ, ਉਹ ਵੀਡੀਓ ਦੇ ਵਿੱਚ ਲਾਈਵ ਤੁਹਾਡੇ ਮਾਧਿਅਮ ਰਾਹੀਂ ਚਾਹੇ ਕਿਸੇ ਵੀ ਚੈਨਲ ਦੇ ਰਾਹੀਂ ਲਾਈਵ ਆ ਕੇ ਮੀਡੀਆ ਦੇ ਵਿੱਚ ਕਹਿ ਦੇਣ ਮੈਂ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਫਾਰਮਾਸਿਸਟ ਨੂੰ ਕੱਢੀਆਂ ਸੀਗੀਆਂ। ਜਿਹੜੀ ਉਹ ਰਿਕਾਰਡਿੰਗ ਹੈ ਬਿਲਕੁਲ ਸਹੀ, ਮੈਂ ਆਪਣੀ ਗਲਤੀ ਮੰਨਦਾ ਵਾਂ, ਮੈਂ ਆਪਣੀ ਟੀਮ ਨੂੰ ਮੰਦਾ ਚੰਗਾ ਬੋਲਿਆ, ਮੈਂ ਉਹਦੀ ਗਲਤੀ ਮੰਨਦਾ ਵਾਂ। ਮੈਂ ਸਿੱਖ ਵੈਲਫੇਅਰ ਕਾਉਂਸਲ ਨੂੰ ਰਜਿਸਟਰਡ ਕਰਾ ਕੇ 7 ਮੈਂਬਰੀ ਕਮੇਟੀ ਬਣਾ ਕੇ ਟਰਾਂਸਪੇਰੈਂਸੀ ਨਾਲ ਕੰਮ ਕਰੂੰਗਾ। ਸਾਨੂੰ ਰੱਖਣ ਚਾਹੇ ਨਾ ਰੱਖਣ, ਕਿਸੇ ਹੋਰ ਨੂੰ 7 ਮੈਂਬਰੀ ਕਮੇਟੀ ਬਣਾਉਣ, ਟਰਾਂਸਪੇਰੈਂਸੀ ਨਾਲ ਕੰਮ ਕਰਨ, ਅਸੀਂ ਖੁਸ਼ੀ ਨਿਮਰਤਾ ਸਹਿਤ ਉੱਥੇ ਜਾ ਕੇ ਸੇਵਾ ਕਰਨ ਨੂੰ ਤਿਆਰ। ਬਾਹਰੋਂ ਵੀ ਡੋਨੇਸ਼ਨ ਆਈ? ਇਹ ਤਾਂ ਹੁਣ ਬਲਜਿੰਦਰ ਸਿੰਘ ਜਿੰਦੂ ਜੀ ਦੱਸ ਸਕਦੇ ਜੀ ਇਹਦੇ ਬਾਰੇ, ਕਿਉਂਕਿ ਸਿੱਖ ਵੈਲਫੇਅਰ ਕਾਉਂਸਲ ਦਾ ਖਾਤਾ ਉਹਨਾਂ ਕੋਲ ਆ, ਪਰਸਨਲ ਖਾਤਿਆਂ 'ਚ ਆਈ ਆ ਜਾਂ ਮਨੀ ਟ੍ਰਾਂਸਫਰ ਦੇ ਥਰੂ ਆਈ ਆ। ਇਹਦੇ ਬਾਰੇ ਬਲਜਿੰਦਰ ਸਿੰਘ ਜਿੰਦੂ ਜੀ ਤੁਹਾਨੂੰ ਦੱਸ ਸਕਦੇ ਆ। ਪਰ 7,67,000 ਰੁਪਇਆ 2 ਮਹੀਨੇ ਦੀ ਡੋਨੇਸ਼ਨ ਜਿਹੜੀ ਡ੍ਰੌਪ ਬਾਕਸ ਦੇ ਵਿੱਚ ਗੁਰੂ ਨਾਨਕ ਮੋਦੀ ਖਾਨੇ ਆਈ ਆ, ਉਹ ਸਾਰਿਆਂ ਦੇ ਕਲੀਅਰ। ਉਹ ਕਿੱਥੇ ਲੱਗੀ ਹੈ? ਉਹ ਤਾਂ ਦੇਖੋ ਜੀ, ਜਿਵੇਂ ਅਲੱਗ-ਅਲੱਗ ਮੈਡੀਸਨ ਦੀ ਲੋੜ ਸੀ, ਜਿਵੇਂ ਦੀਆਂ ਚੀਜ਼ਾਂ ਦੀ ਲੋੜ ਸੀ, ਉਹ ਮੈਨੇਜਮੈਂਟ ਇਹਦੇ ਬਾਰੇ ਵੀ ਬਲਜਿੰਦਰ ਸਿੰਘ ਜਿੰਦੂ ਹੀ ਦੱਸ ਸਕਦੇ ਆ ਜੀ। ਦੇਖੋ, ਸਾਨੂੰ ਕਿਹਾ ਗਿਆ ਕਿ ਉਸ ਜਿਹੜੀ ਗੋਲਕ ਹੈ ਉਹਦੀ ਵੀ ਮੈਡੀਸਨ ਲਿਆਈ ਜਾ ਰਹੀ ਹੈ। ਕਿਉਂ? ਕਿਉਂਕਿ ਮੈਡੀਸਨ ਦੀ ਡਿਮਾਂਡ ਬਹੁਤ ਜ਼ਿਆਦਾ। ਜਦੋਂ ਪ੍ਰੋਜੈਕਟ ਸ਼ੁਰੂ ਕੀਤਾ ਸੀ, ਚਲੋ ਜਿੰਨੇ ਕੁ ਇਕੱਠੇ ਹੋਏ ਉਹਨੇ ਕੁ ਆਪਾਂ ਲਾ ਲਏ, ਹਨਾ। ਉਸ ਤੋਂ ਬਾਅਦ ਕਿਹਾ ਗਿਆ ਕਿ ਮੈਡੀਸਨ ਦੀ ਸ਼ਾਰਟੇਜ ਬਹੁਤ ਆ ਰਹੀ ਹੈ, ਵੀ ਆਪਾਂ ਜਿਹੜੀ ਗੋਲਕ ਹੈ ਉਹਨੂੰ ਆਪਾਂ ਕੀ ਕਰਦੇ ਹਾਂ, ਦਵਾਈਆਂ ਨੂੰ ਵਧਾਉਣ ਦੇ ਕੰਮ ਵਿੱਚ ਲਾ ਦਿੰਦੇ ਆ। ਤੇ ਜੇ ਉਸ ਡੋਨੇਸ਼ਨ ਚੋਂ ਦਵਾਈਆਂ ਨੂੰ ਵਧਾਉਣ ਦੇ ਕੰਮ ਵਿੱਚ ਤੁਸੀਂ ਲਗਾ ਲਿਆ ਤੇ ਰੇਟ ਟੂ ਰੇਟ ਦਵਾਈਆਂ ਰੋਟੇਟ ਹੋ ਰਹੀਆਂ, ਫਿਰ ਘਾਟਾ ਕਿਸ ਗੱਲ ਦਾ? ਕਿੱਥੇ ਘਾਟਾ ਪੈ ਰਿਹਾ? ਜਿੰਨੇ ਦਵਾਈ ਕੋਈ ਆਧਾਰ ਤਾਂ ਦਿੰਦੇ ਨਹੀਂ ਹੋਣੇ। ਦੇਖੋ, ਉਧਾਰ ਨਹੀਂ ਦਿੰਦੇ ਸੀ, ਬਟ ਕੁਝ ਕੁ ਮੈਡੀਸਨ ਫ੍ਰੀ ਚਲੇ ਜਾਂਦੀ ਸੀ, ਕਿਉਂਕਿ ਸਾਡਾ ਕਨਸੈਪਟ ਹੀ ਇਹੀ ਸੀ, ਜੇ ਬੰਦਾ 2500 ਰੁਪਏ ਲੈ ਕੇ ਆਇਆ, ਉਹਦਾ ਬਿੱਲ ਬਣਿਆ 4000 ਰੁਪਏ, ਤਾਂ ਤੁਸੀਂ ਦਵਾਈ ਦੇਣੀ ਆ, ਮਨਾ ਨਹੀਂ ਕਰਨਾ। ਪਰ ਉਸ ਤੋਂ ਬਾਅਦ ਵੀ 1-2 ਵਾਰ ਜਦੋਂ ਦਵਾਈ ਏਦਾਂ ਦੇਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਵੀ ਬਹੁਤ ਬਦਸਲੂਕੀ ਕੀਤੀ ਕਿ ਤੂੰ ਮੇਰੇ ਤੋਂ ਪੁੱਛੇ ਬਿਨਾਂ ਦਵਾਈ ਦੇਤੀ। ਪਰ ਆਪ ਜਿਹਨੂੰ ਮਰਜ਼ੀ ਫ੍ਰੀ ਦੇ ਦੇਣ, ਉੱਥੇ ਕੋਈ ਚੱਕਰ ਨਹੀਂ। ਉੱਥੇ ਇਹ ਵੀ ਕਿਹਾ ਜਾਂਦਾ ਸੀ, ਜੇ ਕੋਈ ਮੈਂ ਸਪੋਜ਼ ਕਰੋ ਤੁਸੀਂ 15% ਡਿਸਕਾਊਂਟ ਤੇ ਆਪਾਂ ਨੂੰ ਦਵਾਈ ਆਉਂਦੀ ਹੈ ਨਾ, ਫੋਕੀ ਵਾਹੋ ਬਾਈ ਖੱਟਣ ਲਈ, ਮੀਡੀਆ ਦੇ ਵਿੱਚ ਹਾਈਪ 'ਚ ਬਣੇ ਰਹਿਣ ਲਈ, ਜਾਂ ਜਿਹੜੇ ਦੂਜੇ ਕੈਮਿਸਟ ਆ ਉਹਨਾਂ ਨੂੰ ਨੀਵਾ ਦਿਖਾਉਣ ਲਈ, ਉਹਨੂੰ 30% ਤੇ ਵੇਚ ਦਿਓ ਤੁਸੀਂ, ਜਾਂ 30% ਤੇ ਸੇਵਾ ਕਰ ਲਓ। ਜਿਹੜਾ ਥੋੜਾ ਬਹੁਤਾ ਉਹਦਾ ਗ੍ਰਾਸ ਰੂਟ ਦੇ ਉੱਤੇ ਆਪਾਂ ਜਦੋਂ ਪੜਚੋਲ ਕਰਾਂਗੇ, ਥੋੜੀ ਬਹੁਤੀ ਤਾਂ ਅਮਾਉਂਟ ਦੇ ਵਿੱਚ ਫਰਕ ਆਉਣਾ ਹੀ ਆ ਨਾ। ਅੱਛਾ, ਪਹਿਲੇ ਦਿਨ ਜਦੋਂ ਮੀਟਿੰਗ ਹੋਈ ਸੀਗੀ, ਉਦੋਂ ਮੋਟਿਵ ਬਿਲਕੁਲ ਨੀਅਤ ਸਾਫ਼ ਰੱਖ ਕੇ ਚੱਲੇ ਸੀਗੇ। ਉਸ ਦਿਨ ਜਦੋਂ ਤੁਸੀਂ ਵੀ ਮੌਜੂਦ ਸੀਗੇ, ਜਿੰਦੂ ਹੋਰੀ ਵੀ ਮੌਜੂਦ ਸੀਗੇ। ਦੇਖੋ, ਪਰਦੇ ਦੇ ਪਿੱਛੇ ਕਿਸੇ ਦੀ ਕੀ ਨੀਅਤ ਆ ਉਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ। ਸਾਡੇ ਲਈ ਤਾਂ ਸਾਰੇ ਸਤਿਕਾਰਯੋਗ ਤੇ ਸਾਰੇ ਬਰਾਬਰ ਸੀ। ਸਾਡੀ ਤਾਂ ਸੇਵਾ ਭਾਵਨਾ ਸੀ ਵੀ ਅਸੀਂ ਕਮਿਊਨਿਟੀ ਨੂੰ
ਕੌਮ ਨੂੰ ਆਪਣੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨਾ ਵਾ ਇਸ ਸੇਵਾ ਦੇ ਥਰੂ। ਦੇਖੋ ਕੁਝ ਜਿਹੜੇ ਸੇਵਾਦਾਰ ਜਾਂ ਕੁਝ ਲੋਕ ਐਸੇ ਵੀ ਸੀ ਜਿਹੜੇ ਸਾਨੂੰ ਜਾਣਦੇ ਨਹੀਂ ਸੀ, ਉਹ ਕੋਵਿਡ ਦੇ ਦਿਨਾਂ ਵਿੱਚ ਹੀ ਸਾਨੂੰ ਮਿਲੇ, ਜਾਂ ਗੁਰੂ ਨਾਨਕ ਮੋਦੀਖਾਨਾ ਜਦੋਂ ਸ਼ੁਰੂ ਕਰਨਾ ਸੀ ਉਦੋਂ ਸਾਨੂੰ ਮਿਲੇ, ਉਹ ਵੀ ਤਾਂ ਜੋ ਉਹਨਾਂ ਤੋਂ ਅਲੱਗ ਨੇ ਨਾ। ਉਹ ਇਹ ਕਹਿ ਸਕਦੇ ਆ ਕਿ ਇਹਨਾਂ ਦੋਨਾਂ ਦੀ ਟੀਮ ਦਾ ਮੋਟਿਵ ਹੈ ਮੈਨੂੰ ਬਦਨਾਮ ਕਰਨਾ, ਪਰ ਜਿਹੜੇ ਗੁਰੂ ਨਾਨਕ ਮੋਦੀਖਾਨਾ ਸ਼ੁਰੂ ਕਰਨ ਲੱਗਿਆ ਜੁੜੇ ਸੀ, ਜਿਹੜੇ ਸਾਨੂੰ ਦੋਨਾਂ ਨੂੰ ਵੀ ਨਹੀਂ ਜਾਣਦੇ, ਉਹ ਵੀ ਤਾਂ ਅਲੱਗ ਹੋਏ ਆ। ਪਰ ਹੁਣ ਵੀ ਤਾਂ ਚੱਲ ਰਿਹਾ ਨਾ ਮੋਦੀਖਾਨਾ। ਦੇਖੋ ਮੋਦੀਖਾਨਾ ਤਾਂ ਮੈਂ ਕਹਿੰਦਾ ਜਮ ਚੱਲੇ, ਇਹੋ ਜਿਹੇ 100 ਮੋਦੀਖਾਨੇ ਚੱਲਣੇ ਚਾਹੀਦੇ ਆ। ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸਾਨੂੰ ਸੇਵਾ ਦਾ ਮੌਕਾ ਮਿਲੂ, ਅਸੀਂ ਜਮ ਉੱਥੇ ਜਾਵਾਂਗੇ। ਮੋਦੀਖਾਨਾ ਚੱਲਣਾ ਚਾਹੀਦਾ, ਉਹ ਬਾਦ ਰਵੇ, ਦੁਗਣੀ ਚਰਗੀ ਤਰੱਕੀ ਕਰੇ, ਪਰ ਉਹਨੂੰ ਚਲਾਉਣ ਵਾਸਤੇ ਜੇ ਤੁਸੀਂ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਚਲਾਉਣਾ ਹੈ ਤੇ ਤੁਸੀਂ ਇਹ ਕਹਿ ਕੇ ਚਲਾਉਣਾ ਵੀ ਮੇਰਾ 7 ਲੱਖ ਰੁਪਏ ਇੱਥੇ ਲੱਗਿਆ। ਅੱਛਾ, ਜਦੋਂ ਤੁਸੀਂ ਮੈਨੂੰ ਇੱਕ ਸਵਾਲ ਕੀਤਾ ਕਿ ਤੁਸੀਂ ਕਿਉਂ ਨਹੀਂ ਸੰਭਾਲ ਲਿਆ, ਅਸੀਂ ਤਾਂ ਫਿਰ ਪਹਿਲਾਂ ਵੀ ਸੰਭਾਲ ਰਹੇ ਸੀ, ਸਾਨੂੰ ਉਹਨਾਂ ਨੇ ਸੌਂਪ ਕਿਉਂ ਨਹੀਂ ਦਿੱਤਾ? ਸਾਨੂੰ ਇਹ ਕਿਹਾ ਗਿਆ ਕਿ ਤੁਸੀਂ 10 ਲੱਖ ਰੁਪਏ ਮੈਨੂੰ ਦੇ ਦਿਓ, ਮੈਂ ਚਲਾ ਲੈਣਾ। ਉਹ 10 ਲੱਖ ਰੁਪਏ ਤੁਸੀਂ ਮੈਨੂੰ ਦਿਓ ਹਿਸਾਬ, ਤੇ ਮੈਂ ਤੁਹਾਨੂੰ ਕਹਿ ਦਿੰਦਾ ਵੀ ਇਹ ਚਲਾ ਲਓ। 10 ਲੱਖ ਰੁਪਏ ਦਾ ਹਿਸਾਬ ਕਾਹਦਾ ਦਈਏ? ਸਾਨੂੰ ਚੱਲਿਆ ਚਲਾਈ ਦੇ ਦਿੰਦੇ, ਅਸੀਂ ਚਲਾ ਲੈਂਦੇ, ਤੁਸੀਂ ਸਾਈਡ ਤੇ ਹੋ ਜਾਂਦੇ। ਡੋਨੇਸ਼ਨ ਆਇਆ ਉਹ ਕਿੱਧਰ ਗਿਆ? ਸਾਨੂੰ ਇਹ ਕਿਉਂ ਕਿਹਾ ਗਿਆ 7 ਲੱਖ ਰੁਪਈਆ ਤੁਸੀਂ ਇੱਥੇ ਦਿਓ, ਧਰੋ, ਫਿਰ ਚਲਾਓ। ਜੇ ਤੁਸੀਂ ਸਾਨੂੰ ਦੇਣਾ ਹੀ ਸੀਗਾ ਫਿਰ ਤੁਸੀਂ ਇੱਥੇ ਚੱਲਿਆ ਚਲਾਇਆ ਸਾਨੂੰ ਦੇ ਦਿੰਦੇ, ਫਿਰ ਅਸੀਂ ਚਲਾ ਲੈਂਦੇ। ਤੁਸੀਂ ਕਿਉਂ ਬਾਰ-ਬਾਰ 7 ਲੱਖ ਦੀ ਗੱਲ ਸਾਹਮਣੇ ਲਿਆ ਰਹੇ ਹੋ? ਪਰ ਤੁਸੀਂ ਵੇਟ ਕੀਤੀ ਕਿ ਅੱਜ ਕਾਫੀ ਦਿਨ ਹੋ ਗਏ ਉਸ ਵੀਡੀਓ ਨੂੰ, ਜਾਂ ਤੁਹਾਨੂੰ ਅਲੱਗ ਹੋਏ ਨੂੰ ਕਿੰਨੇ ਦਿਨ ਹੋ ਗਏ? ਦੇਖੋ ਜੀ, ਸਾਨੂੰ ਅਲੱਗ ਹੋਏ ਨੂੰ ਤਕਰੀਬਨ 14-15 ਦਿਨ ਹੋ ਚੁੱਕੇ ਆ। ਤੁਸੀਂ ਵੇਟ ਕੀਤੀ ਸੀ ਕਿ ਜਿੰਦੂ ਹੋਰੀ ਨਾਲ ਜੇ ਬੈਠ ਕੇ ਗੱਲਬਾਤ ਹੋ ਜਾਵੇ ਤਾਂ ਬਾਅਦ ਵਿੱਚ ਮੀਡੀਆ ਚ ਆਵੇ? ਬੈਠ ਕੇ ਤੁਹਾਨੂੰ ਵੀਰ ਪਹਿਲਾਂ ਦੱਸਿਆ, ਉਹ ਤਾਂ ਦੂਜੇ ਦਿਨ ਹੀ ਚਲਾ ਗਿਆ ਸੀ ਉਹਨਾਂ ਦੇ ਘਰੇ। ਦੂਜੇ ਦਿਨ ਹੀ ਘਰੇ ਵੇਟ ਤਾਂ ਆਪਾਂ ਤਾਂ ਕਰੀਏ ਨਾ, ਅਸੀਂ ਤਾਂ ਵੱਡਾ ਭਰਾ ਸਮਝਿਆ ਸੀ। ਵੀਰ ਤਾਂ ਦੂਜੇ ਦਿਨ ਹੀ ਚਲ ਗਿਆ ਸੀ। ਵੀਰ ਜੇ ਕੋਈ ਮਨ ਮਟਾਵ ਆ, ਜੇ ਆਪਣੇ 'ਚ ਕੋਈ ਗੁੱਸਾ ਗਿਲਾ ਵਾ, ਉਹਨੂੰ ਆਪਾਂ ਦੂਰ ਕਰੀਏ, ਇਹਨੂੰ ਵੀ ਜਲੀਲ ਕਰਕੇ ਘਰੋਂ ਕੱਢਿਆ। ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਦੂ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ, ਉਹ ਇਸ ਬਾਰੇ ਕੀ ਕਹਿੰਦੇ ਨੇ। ਜਿਸ ਵਿਅਕਤੀ ਨੂੰ ਤੁਸੀਂ ਸੋ ਅਸੀਂ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਾਲ ਜਾ ਵੀ ਰਹੀ ਹੈ ਜਿੰਦੂ ਜੀ ਨੂੰ, ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ, ਕਿਉਂਕਿ ਵਰਜ਼ਨ ਲੈਣਾ ਬਹੁਤ ਜ਼ਰੂਰੀ ਹੈ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ। ਹਾਲਾਂਕਿ ਅਸੀਂ ਮਿਲ ਕੇ ਵੀ ਇੰਟਰਵਿਊ ਕਰਾਂਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜ਼ਰੂਰ ਇਸ ਬਾਰੇ ਕਲੀਅਰ ਕਰਨ ਜਿਹੜੇ ਸ਼ੰਕੇ ਨੇ, ਜਿਹੜੇ ਐਲੀਗੇਸ਼ਨ ਨੇ। ਕਈ ਵਾਰੀ ਅਸੀਂ ਕਾਲ ਕਰ ਲਈ, 1-2 ਵਾਰ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ, ਮੈਨੂੰ ਲੱਗਦਾ ਜਿੰਦੂ ਜੀ ਜ਼ਿਆਦਾ ਬਿਜ਼ੀ ਨੇ ਜਾਂ ਉਹ ਫੋਨ ਅਟੈਂਡ ਨਹੀਂ ਕਰ ਰਹੇ ਕਿਸੇ ਕਾਰਨ ਕਰਕੇ, ਪਰ ਛੇਤੀ ਉਹਨਾਂ ਦਾ ਪੱਖ ਵੀ ਸਾਹਮਣੇ ਲਿਆਵਾਂਗੇ। ਬਲਜਿੰਦਰ ਜੀ ਨੇ ਫੋਨ ਚੱਕਿਆ ਨਹੀਂ ਹੈਗਾ, ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਤੱਕ ਅਸੀਂ ਗੱਲਬਾਤ ਕਰਕੇ ਹੋਰ, ਕਿਉਂਕਿ ਜਿਹੜੀ ਸਾਡੀ ਸੋਸਾਇਟੀ ਹੈ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆਖਰ ਸੱਚਾਈ ਕੀ ਹੈ, ਕਿਉਂਕਿ ਕਨਸੈਪਟ ਬਹੁਤ ਪਵਿੱਤਰ ਹੈਗਾ ਹੈ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ। ਮੈਂ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਲੁਧਿਆਣੇ ਦੇ ਵਿੱਚ ਮੋਦੀਖਾਨਾ ਖੁੱਲ੍ਹਿਆ ਤਾਂ ਦੁਨੀਆ ਭਰ ਦੇ ਵਿੱਚ ਗੱਲ ਗਈ ਤੇ ਚੈਰਿਟੀ ਦੀ ਗੱਲ ਹੋਈ। ਉਸ ਤੋਂ ਬਾਅਦ ਸ਼ਹਿਰ ਪਿੰਡ ਬਹੁਤ ਸਾਰੇ ਲੋਕਾਂ ਨੇ ਅੱਗੇ ਹੋ ਕੇ ਇਸ ਚੀਜ਼ ਨੂੰ ਸ਼ੁਰੂਆਤ ਕੀਤੀ। ਜੇ ਇੱਥੋਂ ਇਸ ਤਰ੍ਹਾਂ ਦਾ ਮੈਸੇਜ ਆਊਗਾ ਤਾਂ ਉਹਨਾਂ ਦਾ ਵੀ ਦਿਲ ਟੁੱਟੂਗਾ। ਬਿਲਕੁਲ ਜੀ ਬਿਲਕੁਲ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਰਿਪਰੈਜ਼ੈਂਟ ਕਰ ਰਹੇ ਆ, ਗੁਰੂ ਨਾਨਕ ਸਾਹਿਬ ਦੇ ਨਾਮ, ਉਹਨਾਂ ਦੇ ਸਿਰ ਦੀ ਪੱਗ ਸਾਡੇ ਉੱਤੇ ਆ, ਕੌਮ ਦੀ ਪੱਗ ਸਾਡੇ ਸਿਰ ਤੇ ਆ, ਤੇ ਅਸੀਂ ਇਦਾਂ ਦੀ ਭਾਸ਼ਾ ਸਾਡੇ ਲਈ ਸੱਭਿਅਕ ਸਮਾਜ ਦੇ ਵਿੱਚ ਬਿਲਕੁਲ ਵੀ ਬਹੁਤ ਗਲਤ, ਮੈਂ ਇਹਨੂੰ ਕਹੂੰਗਾ। ਉਹਨਾਂ ਨੂੰ ਆਪਣੀ ਜ਼ੁਬਾਨ ਸੁਧਾਰਨੀ ਚਾਹੀਦੀ ਆ, ਕਿਉਂਕਿ ਆਪਾਂ ਗੁਰੂ ਨਾਨਕ ਸਾਹਿਬ ਨੂੰ ਰਿਪਰੈਜ਼ੈਂਟ ਕਰ ਰਹੇ ਆ ਇਸ ਟਾਈਮ। ਇਹ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਆ, ਗੁਰੂ ਨਾਨਕ ਮੋਦੀਖਾਨਾ ਇੱਕ ਕੌਮ ਦਾ ਕਨਸੈਪਟ ਆ। ਜਦੋਂ ਗੁਰੂ ਨਾਨਕ ਸਾਹਿਬ ਦਾ ਆਪਾਂ ਕਨਸੈਪਟ ਚੱਕਿਆ ਵਾ, ਉੱਥੇ ਗੁਰੂ ਨਾਨਕ ਸਾਹਿਬ ਸਾਨੂੰ ਇਹ ਵੀ ਸਮਝਾਉਂਦੇ ਆ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਉਦਾਂ ਦੀਆਂ ਮਾਵਾਂ ਭੈਣਾਂ, ਉਦਾਂ ਦੀਆਂ ਧੀਆਂ ਭੈਣਾਂ ਸਾਡੇ ਘਰਾਂ ਵਿੱਚ ਵੀ। ਬਿਲਕੁਲ, ਨਾਲੇ ਉਹ ਪ੍ਰੋਜੈਕਟ ਲੰਬਾ ਚੱਲ ਸਕਦਾ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਚਲਾਓ। ਇੱਕ ਪਿੱਛੇ ਜੇ ਇੱਕ ਹੋਰ ਵੀਡੀਓ ਆਈ ਹੈ, ਵਾਇਰਲ ਹੋਈ ਹੈ ਕਿ ਬੋਰਡਾਂ ਤੇ ਪੈਸੇ ਲਾਤੇ, ਡਿਸਪਲੇ ਐਡ ਤੇ ਪੈਸੇ ਲਾਤੇ, ਉਹਦੀ ਕੀ ਸੱਚਾਈ ਹੈ? ਦੇਖੋ, ਅੱਜ ਅਸੀਂ ਜੇ ਸਾਹਮਣੇ ਆਇਆ ਨਾ ਗੁਰੂ ਨਾਨਕ ਮੋਦੀ ਖਾਨੇ ਨੂੰ ਥੋੜਾ ਜਿਹਾ ਪਾਸਾ ਵੱਟ ਕੇ ਵੀ ਉੱਥੇ ਡਿਕਟੇਟਰਸ਼ਿਪ ਚੱਲ ਰਹੀ ਹੈ, ਸੱਚ ਦੇ ਕਰਕੇ ਆਏ ਆ ਵੀ ਉੱਥੇ ਜਿਹੜਾ ਕੰਮ ਗਲਤ ਹੋ ਰਿਹਾ, ਗਲਤ ਨੂੰ ਗਲਤ ਕਹਿਣਾ ਚਾਹੀਦਾ ਤੇ ਝੂਠ ਨੂੰ ਝੂਠ, ਸੱਚ ਨੂੰ ਸੱਚ ਕਹਿਣਾ ਚਾਹੀਦਾ। ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਸੱਚ ਇਹ ਹੈ ਕਿ ਜਿਹੜੀ ਹੋਲਡਿੰਗਸ ਲਗਾਈਆਂ ਗਈਆਂ ਨੇ ਉਹ ਗੁਰੂ ਨਾਨਕ ਮੋਦੀਖਾਨੇ ਦੇ ਫੰਡਿੰਗ ਦੇ ਵਿੱਚੋਂ ਨਹੀਂ ਲਗਾਈਆਂ ਗਈਆਂ, ਉਹ ਕਿਸੇ ਵੀਰ ਦੇ ਵੱਲੋਂ ਸੇਵਾ ਕੀਤੀ ਗਈ ਹੈ। ਸੋ ਇਸ ਗੱਲ ਨੂੰ ਕਹਿਣਾ ਕਿ ਗੁਰੂ ਨਾਨਕ ਮੋਦੀਖਾਨੇ ਦੇ ਵਿੱਚੋਂ 9 ਲੱਖ ਰੁਪਇਆ ਮਹੀਨਾ ਕੱਢ ਕੇ ਜਿਹੜੀ ਫੰਡਿੰਗ ਹੈ ਉਹ ਬੋਰਡਾਂ ਤੇ ਲਗਾਈ ਜਾ ਰਹੀ ਹੈ, ਇਹ ਸਰਾਸਰ ਗਲਤ ਹੈ। ਅਸੀਂ ਸੱਚ ਨੂੰ ਸੱਚ ਕਵਾਂਗੇ। ਠੀਕ ਹੈ, ਜਾਂਦੇ ਹੋਰ, ਕਿਉਂਕਿ ਸੰਗਤ ਹਾਲੇ ਸਵਾਲ ਆਉਣਗੇ, ਫਿਰ ਵੀ ਕੋਸ਼ਿਸ਼ ਕਰਾਂਗੇ ਜਿੰਦੂ ਹੋਰਾਂ ਤੋਂ ਵੀ ਤੁਹਾਡੇ ਨਾਲ ਵੀ ਗੱਲਬਾਤ ਕਰਨ ਦੀ। ਪਰ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਜਿਹੜਾ ਮੋਦੀਖਾਨਾ ਹੈ ਇਹ ਕਦੇ ਵੀ ਬੰਦ ਨਾ ਹੋਵੇ, ਮਦਦ ਵੀ ਆਉਂਦੀ ਰਹੇ ਤੇ ਲੋਕਾਂ ਦੀ ਮਦਦ ਵੀ ਹੁੰਦੀ ਰਹੇ, ਕਿਉਂਕਿ ਸਸਤੀ ਦਵਾਈਆਂ ਮਿਲਦੀਆਂ ਤਾਂ ਇੱਕ ਲੋੜਵੰਦ ਨੂੰ ਫਾਇਦਾ ਮਿਲਦਾ ਇਸ ਦਾ। ਦੇਖੋ, ਅਸੀਂ ਵੀ ਸਿਰਫ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਸੰਗਤ ਨੂੰ, ਤੁਸੀਂ ਜਮ ਪੈਸਾ ਭੇਜੋ, ਜਮ ਗੁਰੂ ਨਾਨਕ ਮੋਦੀਖਾਨੇ ਚਲਾਓ, ਚਾਹੇ ਗੁਰੂ ਨਾਨਕ ਮੋਦੀਖਾਨਾ ਨਹੀਂ, ਜਮ ਹੋਰ ਤਰੀਕਿਆਂ ਦੀਆਂ ਸੇਵਾ ਕਰੋ।
ਪਰ ਬੰਦੇ ਨੂੰ ਪਰਖਣਾ ਬਹੁਤ ਜ਼ਰੂਰੀ ਹੈ। ਅਸੀਂ ਜਦੋਂ ਨਾਲ ਰਹੇ ਹਾਂ ਸਾਨੂੰ ਹੌਲੀ ਹੌਲੀ ਜਦੋਂ ਪਤਾ ਲੱਗਦਾ ਗਿਆ, ਅਸੀਂ ਉਹਨਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਇਸ ਤਰੀਕੇ ਦਾ ਚੇਂਜ ਕਰੋ, ਉਸ ਦੇ ਵਿੱਚ ਚੇਂਜ ਨਹੀਂ ਆ ਸਕਿਆ ਉਹਨਾਂ ਦੇ ਸੁਭਾਅ ਦੇ ਵਿੱਚ ਜਾਂ ਉਹਨਾਂ ਦੀ ਡਿਕਟੇਟਰਸ਼ਿਪ ਦੇ ਵਿੱਚ। ਫਿਰ ਹੌਲੀ ਹੌਲੀ ਅਸੀਂ ਸਾਈਡ ਤੇ ਹੋ ਗਏ, ਪਰ ਸੇਵਾ ਅੱਜ ਵੀ ਅਸੀਂ ਕਰਦੇ ਰਵਾਂਗੇ। ਸਾਨੂੰ ਜਿੱਥੇ ਜੋ ਵੀ ਸੇਵਾ ਕਰਨ ਦਾ ਮੌਕਾ ਮਿਲੂਗਾ ਸੇਵਾ ਅਸੀਂ ਫਿਰ ਵੀ ਕਰਾਂਗੇ। ਗੁਰੂ ਨਾਨਕ ਮੋਦੀਖਾਨੇ ਲਈ ਅੱਜ ਵੀ ਪੋਜ਼ਿਟਿਵ ਆ, ਇਦਾਂ ਦੇ ਗੁਰੂ ਨਾਨਕ ਮੋਦੀਖਾਨੇ ਹੋਰ ਬਹੁਤ ਖੁੱਲ੍ਹਣੇ ਚਾਹੀਦੇ, ਅਸੀਂ ਤਾਂ ਇੰਨਾ ਹੀ ਕਹਾਂਗੇ। ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ ਕਿਤੇ ਹੋਰ ਜਗ੍ਹਾ ਖੋਲਣ ਦੀ ਦੁਬਾਰਾ ਤੋਂ ਜਾਂ ਨਹੀਂ? ਬਿਲਕੁਲ, ਅਗਰ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ, ਪਰ ਸਾਡਾ ਮੇਨ ਮੋਟਿਵ ਇਹੀ ਸੀਗਾ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੰਧ ਨਹੀਂ ਕਰਨੀ ਚਾਹੀਦੀ। ਇਸੇ ਕਰਕੇ ਜਦੋਂ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਸੰਭਾਲ ਲਓ, ਕੱਲ ਹੀ ਮੈਂ ਸਵੇਰੇ ਆਪਣਾ ਅੱਡ ਖੋਲ ਲੈਣਾ, ਸਾਡਾ ਪਿੱਛੇ ਹਟਣ ਦਾ ਕਾਰਨ ਇਹ ਸੀ ਕਿ ਵੀਰ ਜੀ ਤੁਸੀਂ ਚਲਾ ਲਓ, ਅਸੀਂ ਗੁਰੂ ਨਾਨਕ ਸਾਹਿਬ ਦੇ ਘਰ 'ਚ ਕੰਧ ਨਹੀਂ ਕਰਨੀ। ਇੱਥੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਤੇ ਐਨਆਰਆਈ ਵੀਰਾਂ ਨੂੰ ਸਪੈਸ਼ਲ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ, ਤੁਸੀਂ ਜੰਮ ਕੇ ਡੋਨੇਸ਼ਨ ਭੇਜੋ ਐਨਆਰਆਈ ਵੀਰੋ, ਪਰ ਉਹਦੀ ਪੜਚੋਲ ਜ਼ਰੂਰ ਕਰਿਆ ਕਰੋ, ਦੇਖਿਆ ਕਰੋ ਤੁਹਾਡਾ ਪੈਸਾ ਕਿੱਥੇ ਲੱਗਦਾ, ਕਿਉਂਕਿ ਤੁਸੀਂ ਸਾਡੇ ਨਾਲੋਂ ਜ਼ਿਆਦਾ ਕਰੜੀ ਮਿਹਨਤ ਕਰਦੇ ਹੋ। ਬਿਲਕੁਲ, ਧੰਨਵਾਦ ਜੀ, ਬਹੁਤ ਧੰਨਵਾਦ ਪ੍ਰਿੰਸ, ਬਹੁਤ ਧੰਨਵਾਦ ਜੋ ਤੁਹਾਡਾ ਵੀ। ਸੋ ਗੱਲਬਾਤ ਤੁਸੀਂ ਸੁਣੀ ਹੈ ਦੋਨਾਂ ਨੌਜਵਾਨਾਂ ਦੀ। ਸੱਚ ਹਮੇਸ਼ਾ ਸਾਹਮਣੇ ਲਿਆਉਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ, ਸਾਡਾ ਮਕਸਦ ਹੁੰਦਾ ਹੈ ਕਿ ਸੱਚ ਸਾਹਮਣੇ ਆਵੇ। ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਮੋਦੀਖਾਨਾ ਖੁੱਲਿਆ, ਚੱਲਣਾ ਚਾਹੀਦਾ ਹੈ, ਪਾਰਦਰਸ਼ਤਾ ਨਾਲ ਚੱਲਣਾ ਚਾਹੀਦਾ ਹੈ, ਟਰਾਂਸਪੇਰੈਂਸੀ ਨਾਲ ਚੱਲਣਾ ਚਾਹੀਦਾ ਹੈ। ਜੋ ਫੰਡਿੰਗ ਹੋ ਰਹੀ ਹੈ, ਜੋ ਪੈਸੇ ਆ ਰਹੇ ਨੇ ਉਹ ਕਿੱਥੇ ਲੱਗ ਰਹੇ ਨੇ, ਕਿ ਘਾਟਾ ਪਿਆ ਨਹੀਂ ਪਿਆ, ਜਾਂ ਜਿਹੜੀ 25-30 ਬੰਦੇ ਸੀਗੇ ਉਹਦੇ ਵਿੱਚੋਂ ਬੰਦੇ ਛੱਡ ਕੇ ਕਿਉਂ ਜਾ ਰਹੇ ਨੇ, ਵਿਰੋਧ ਕਿਉਂ ਹੋ ਰਿਹਾ ਹੈ, ਜਾਂ ਜਿੰਦੂ ਜੀ ਸਾਹਮਣੇ ਕਿਉਂ ਨਹੀਂ ਆ ਰਹੇ। ਬਹੁਤ ਸਾਰੇ ਸਵਾਲ ਨੇ, ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਪਸ਼ਟੀਕਰਨ ਇਸ ਤੇ ਆਉਂਦਾ ਹੈ। ਫਿਲਹਾਲ ਕੈਮਰਾਮੈਨ ਪ੍ਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ।